ਵਾਹਿਗੁਰੂ ਜੀ ਕੀ ਫਤਿਹ। ਫਤਿਹ। ਦੀਨ ਦੁਨੀਆ ਦੇ ਮਾਲਕ ਪਤਿਤ ਪਾਵਨ ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਹੋ ਰਹੀ ਗੁਰੂ ਕੀ ਸੰਗਤ। ਆਪ ਸੰਗਤ ਨੇ ਸਤਿਗੁਰਾਂ ਦੀ ਇਲਾਹੀ ਅਗੰਮੀ ਬਾਣੀ ਦੇ ਕੀਰਤਨ ਦੀਆਂ ਦਾਤਾਂ ਸਰਵਣ ਕੀਤੀਆਂ। ਇਸ ਵੇਲੇ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਜੋ ਜੀਵਨ ਦੀ ਕਥਾ ਹੈ ਤਿਸ ਨੂੰ ਸਰਵਣ ਕਰਨ ਵਾਸਤੇ ਆਪ ਗੁਰੂ ਦਰਬਾਰ ਵਿੱਚ ਇਕੱਤਰਤ ਹੋਏ ਹੋ। ਕੱਲ੍ਹ ਦੇ ਦੀਵਾਨ ਵਿੱਚ ਆਪਾਂ ਇਹ ਬਚਨ ਸਰਵਣ ਕੀਤੇ ਸਨ ਕਿ ਸਤਿਗੁਰੂ ਪਾਤਸ਼ਾਹ ਜੀਆਂ ਨੇ ਗੁਰੂ ਕਾ ਲਾਹੌਰ ਜਿਹੜਾ ਸ਼ਹਿਰ ਹੈ, ਨਗਰ ਹੈ, ਆਨੰਦਪੁਰ ਸਾਹਿਬ ਦੇ ਨੇੜੇ ਵਸਾ ਦਿੱਤਾ। ਬੇਅੰਤ ਇਲਾਕਿਆਂ ਦੀਆਂ ਸੰਗਤਾਂ, ਵਪਾਰ ਕਰਨ ਵਾਲੇ ਬਾਣੀਏ, ਸ਼ਾਹੂਕਾਰ ਆਪੋ ਆਪਣਾ ਸਮਾਨ ਲੈ ਕੇ ਪਹੁੰਚ ਗਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਹੁਰੇ ਪਰਿਵਾਰ ਨੇ ਮਹਾਰਾਜ ਜੀਆਂ ਔਰ ਬਰਾਤ ਦੀ ਸੇਵਾ ਵਾਸਤੇ ਬੇਅੰਤ ਲੱਡੂ, ਬਦਾਨਾ, ਇਸੇ ਤਰ੍ਹਾਂ ਜਿਹੜੀਆਂ ਮਠਿਆਈਆਂ ਛਕੀਆਂ ਜਾਣ ਵਾਲੀਆਂ ਉਹਨਾਂ ਦਾ ਇੰਤਜ਼ਾਮ ਕੀਤਾ। ਇਹ ਬਚਨ ਇਤਿਹਾਸ ਆਪਾਂ ਕੱਲ੍ਹ ਸਰਵਣ ਕਰਿਆ ਹੈ। ਇੱਥੋਂ ਮਹਾਰਾਜ ਅੱਗੇ ਕਿਰਪਾ ਕਰ ਰਹੇ। ਆਓ ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਤ ਸਤਿਗੁਰ ਸਵਰੀਤ ਕਰ ਜੁਗ ਮਾਤਨ ਹਰ ਖਾਏ। ਸੋ ਕਹਿਣ ਲੱਗੇ ਇਧਰ ਸਤਿਗੁਰੂ ਮਹਾਰਾਜ ਸਾਹਿਬ ਜੀ ਅਤੇ ਗੁਰੂ ਘਰ ਦੀ ਸਾਰੀ ਜਿਹੜੀ ਮਰਿਆਦਾ ਹੈ ਮਾਤਾ ਸਾਹਿਬ ਜੀਆਂ ਨੇ ਕੀਤੀ ਹੈ। ਸਾਰੀ ਤਿਆਰੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਵਿਆਹ ਦੀ ਮਾਤਾ ਸਾਹਿਬ ਮਾਤਾ ਨਾਨਕੀ ਜੀ ਔਰ ਮਾਤਾ ਸਾਹਿਬ ਮਾਤਾ ਗੁਜਰੀ ਜੀਆਂ ਨੇ ਕੀਤੀ ਹੈ। ਕਰੀ ਵਿਆਹ ਤਿਆਰੀ ਸਕਲ ਚਹੀਅਤ ਸੋ ਅਨਵਾਏ। ਜਿਹੜੀਆਂ ਵਿਆਹ ਵਾਸਤੇ ਵਸਤੂਆਂ ਚਾਹੀਦੀਆਂ ਨੇ, ਹੁਣ ਗੁਰੂ ਘਰ ਵਿੱਚ ਵੀ ਤੇ ਬੇਅੰਤ ਸੰਗਤਾਂ ਆਉਣੀਆਂ ਨਾ, ਸਿੱਖਾਂ ਨੇ ਆਉਣਾ, ਬਰਾਤ ਤੇ ਕੋਈ ਦਿਨ ਜਾਏਗੀ ਤੇ ਮੁੜੇ ਆਉਣੀ ਹੈ। ਪਰ ਗੁਰੂ ਘਰ ਦੇ ਵਿੱਚ ਤੇ ਸਾਰਿਆਂ ਨੂੰ ਖੁੱਲ੍ਹਾ ਸੱਦਾ ਨਾ, ਬੇਅੰਤ ਸੰਗਤ ਨੇ ਆਉਣਾ। ਇੱਧਰੋਂ ਮਾਤਾ ਜੀ ਵੀ ਘਰ ਦੇ ਵਿੱਚ ਸਾਰੀ ਤਿਆਰੀ ਜੋ ਕਰਦੇ ਹਨ। ਚੌਪਈ ਤਬਹਿ ਸੁਭਿਖੀਏ ਸ਼ਗਨ ਪਠਾਇਓ। ਉਸ ਵੇਲੇ ਇਹ ਜਿਹੜਾ ਸੁਭਿਖੀਆ ਨਾਮ ਦਾ ਸਿੱਖ ਹੈ, ਮਹਾਰਾਜ ਜੀਆਂ ਦੇ ਹੋਣ ਵਾਲਾ ਜਿਹੜਾ ਸਹੁਰਾ ਹੈ, ਕਹਿਣ ਲੱਗੇ ਵੀ ਇਸ ਨੇ ਸੋ ਜਿਹੜਾ ਸ਼ਗਨ ਦੀ ਮਰਿਆਦਾ ਹੈ, ਜੋ ਸ਼ਗਨ ਵਗੈਰਾ ਆਉਂਦਾ ਹੈ, ਉਹ ਇਸ ਨੇ ਭੇਜਿਆ ਹੈ। ਦਿਜ ਨਾਉ ਤਵ ਲੈ ਕਰ ਆਇਓ। ਉਹਨਾਂ ਸਮਿਆਂ ਵਿੱਚ ਗੁਰਮੁਖੋ ਬ੍ਰਾਹਮਣ ਜਿਹੜਾ ਸੀ ਨਾ, ਇਹ ਲੈ ਕੇ ਆਉਂਦਾ ਸੀ ਸ਼ਗਨ। ਇਹ ਰਸਮ ਸੀ, ਮਰਿਆਦਾ ਸੀ। ਉਹਨਾਂ ਸਮਿਆਂ ਵਿੱਚ ਇਹ ਬ੍ਰਾਹਮਣ ਵਗੈਰਾ ਜਿਹੜੇ ਸਨ ਜਾਂ ਕਾਜੀ ਜਿਹੜੇ ਧਾਰਮਿਕ ਵਿਅਕਤੀ ਸਨ, ਇਹ ਲੜਕੀ ਲੜਕੇ ਦਾ ਰਿਸ਼ਤਾ ਆਪਣੀ ਮਰਜ਼ੀ ਨਾਲ ਕਰ ਆਉਂਦੇ ਸਨ। ਪਰਿਵਾਰ ਨੇ ਜਾ ਕੇ ਉਹਨਾਂ ਨੂੰ ਕਹਿ ਦੇਣਾ, ਕਾਜੀ ਨੂੰ, ਜੇ ਮੁਸਲਮਾਨ ਹੈ ਤੇ ਕਾਜੀ ਨੂੰ ਕਹਿ ਦੇਣਾ, ਹਿੰਦੂ ਹੈ ਤੇ ਪੰਡਤ ਨੂੰ ਕਹਿ ਦੇਣਾ ਵੀ ਸਾਡੀ ਪੁੱਤਰ ਜਾਂ ਪੁੱਤਰੀ ਵਾਸਤੇ ਰਿਸ਼ਤਾ ਵੇਖੋ। ਉਹਨਾਂ ਨੇ ਫਿਰ ਉਹੋ ਜਿਹਾ ਗੋਤ ਵੇਖ ਕੇ, ਘਰ ਵੇਖ ਕੇ, ਕਾਰੋਬਾਰ ਵੇਖ ਕੇ ਰਿਸ਼ਤਾ ਕਰਨਾ। ਪਰ ਇਹ ਪ੍ਰਥਾ ਹੁਣ ਤਾਂ ਖਤਮ ਹੋ ਗਈ ਸੀ। ਇਹ ਜਿਹੜੇ ਲੋਕ ਰਿਸ਼ਤਾ ਲੱਭਣ ਜਾਂਦੇ ਸਨ, ਪੈਸਾ ਲੈ ਕੇ ਕਿਸੇ ਕੋਲੋਂ ਲਾਲਚ ਵਿੱਚ ਆ ਕੇ ਚੰਗੇ ਘਰ ਦੇ ਨਾਲ ਮਾੜੇ ਘਰ ਦਾ ਟਾਕਰਾ ਕਰਵਾ ਦਿੰਦੇ। ਹੌਲੀ ਹੌਲੀ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਤੇ ਇਹ ਪ੍ਰਥਾ ਬੰਦ ਹੋ ਗਈ। ਪਰ ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਵਿਆਹ ਹੋਣ ਲੱਗਾ ਹੈ, ਉਸ ਵੇਲੇ ਇਹ ਬ੍ਰਾਹਮਣ ਪੰਡਤ ਜਿਹੜੇ ਸਨ, ਇਹ ਰਿਸ਼ਤਾ ਲੈ ਕੇ ਦਿੰਦੇ ਸਨ ਅਤੇ ਸਾਰੀਆਂ ਜਿਹੜੀਆਂ ਸ਼ਗਨ ਦੀਆਂ ਪਰੰਪਰਾਵਾਂ ਇਹ ਨਿਭਾਉਂਦੇ। ਇੱਧਰੋਂ ਸੁਭਿਖੀਏ ਸਿੱਖ ਨੇ ਕਹਿਣ ਲੱਗੇ ਵੀ ਇਸ ਤਰ੍ਹਾਂ ਸ਼ਗਨ ਭੇਜਿਆ ਹੈ, ਭਲੇ ਸਦਨ ਕਰਵਾਇਓ ਡੇਰਾ। ਅਤੇ ਇਸ ਆਏ ਹੋਏ ਜਿਹੜਾ ਸ਼ਗਨ ਲੈ ਕੇ ਆਇਆ ਮਹਾਰਾਜ ਜੀਆਂ ਦਾ, ਇਸ ਨੂੰ ਚੰਗੀ ਥਾਂ ਤੇ, ਵਧੀਆ ਥਾਂ ਤੇ ਡੇਰਾ ਕਰਵਾਇਆ, ਰਹਿਣ ਵਾਸਤੇ ਇੰਤਜ਼ਾਮ ਕੀਤਾ ਹੈ। ਖਾਨ ਪਾਨ ਪਟ ਸਵਾਦ ਵਡੇਰਾ। ਅਤੇ ਖਾਣ ਪੀਣ ਦਾ ਸਾਰੀਆਂ ਵਸਤੂਆਂ ਭੇਜੀਆਂ ਗਈਆਂ, ਕਿਉਂਕਿ ਸ਼ਗਨ ਲਾਉਣ ਵਾਸਤੇ ਕਈ ਮਹਿਮਾਨ ਆਏ ਨੇ ਮਹਾਰਾਜ ਜੀਆਂ ਦੇ ਘਰ। ਉਹਨਾਂ ਦੇ ਛਕਣ ਵਾਸਤੇ ਸਾਰਾ ਪ੍ਰਬੰਧ ਹੋਇਆ ਹੈ। ਸ਼੍ਰੀ ਗੁਜਰੀ ਸੁਨਮੰਗਲ ਠਾਣਾ। ਮਾਤਾ ਸਾਹਿਬ ਮਾਤਾ ਗੁਜਰੀ ਜੀ ਬੜੇ ਖੁਸ਼ ਨੇ ਵੀ ਅੱਜ ਸਾਡੇ ਘਰ ਵਿੱਚ ਖੁਸ਼ੀ ਦਾ ਇਹ ਸਮਾਂ ਆਇਆ, ਨਵਾਂ ਜੀ ਅੱਜ ਸਾਡੇ ਘਰ ਵਿੱਚ ਆਉਣਾ ਹੈ। ਐਸੀ ਖੁਸ਼ੀ ਦੇ ਸਮੇਂ ਮਾਤਾ ਜੀ ਬੜੇ ਖੁਸ਼ ਹਨ। ਕਰਿਓ ਕਾਰਨ ਗਣਕ ਸੁਜਨ। ਅਤੇ ਉਸ ਵੇਲੇ ਮਾਤਾ ਜੀਆਂ ਨੇ ਫਿਰ ਕਹਿਣ ਲੱਗੇ ਵੀ ਸਾਰੀਆਂ ਸੰਗਤਾਂ ਸਿੱਖਾਂ ਨੂੰ ਬੁਲਾਇਆ ਹੈ। ਸ੍ਰੇਸ਼ਟ ਸਮਾਂ ਵਿਚਾਰ ਬਤਾਵੋ। ਅਤੇ ਇਸੇ ਤਰ੍ਹਾਂ ਫਿਰ ਸੰਗਤ ਨਾਲ ਸਲਾਹ ਕਰਕੇ ਤੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਨ ਵਾਸਤੇ ਮਮ ਸੁਤ ਮਸਤਕ ਤਿਲਕ ਕਢਾਵੋ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੂੰ ਜਿਹੜਾ ਸ਼ਗਨ ਲੱਗਣਾ, ਜੋ ਮਰਿਆਦਾ ਹੋਣੀ, ਉਹ ਸਾਰੀ ਉਸ ਵੇਲੇ ਸਾਰਿਆਂ ਨਾਲ ਸਲਾਹ ਕਰਕੇ ਬਣਾਈ ਗਈ ਹੈ।
ਹੈ। ਪ੍ਰਾਤ ਪੰਚਮੀ ਵਿਪਰ ਉਚਾਰੀ। ਉਸ ਵੇਲੇ ਇਹ ਸਲਾਹ ਕੀਤੀ ਗਈ ਵੀ ਪੰਜਵੀਂ ਵਾਲੇ ਦਿਨ ਅੰਮ੍ਰਿਤ ਵੇਲੇ, ਉਦੋਂ ਦੇਸੀ ਮਹੀਨੇ ਸਨ ਤੇ ਜ਼ਿਆਦਾਤਰ ਲੋਕ ਪੜ੍ਹੇ ਲਿਖੇ ਨਹੀਂ, ਦਿਨ ਉਲੀਕਿਆ ਜਾਂਦਾ ਜਿਹੜਾ ਸਾਰਿਆਂ ਨੂੰ ਯਾਦ ਰਵੇ, ਜਿਵੇਂ ਪੰਚਮੀ ਹੈ, ਪੂਰਨਮਾਸ਼ੀ ਹੈ, ਇਸੇ ਤਰ੍ਹਾਂ ਮੱਸਿਆ ਹੈ, ਸੰਗਰਾਂਦ ਹੈ। ਇਸ ਤਰ੍ਹਾਂ ਵਿਚਾਰ ਕਰ ਲਈ ਜਾਂਦੀ ਵੀ ਫਲਾਣਾ ਕੰਮ ਮੱਸਿਆ ਤੋਂ ਇੰਨੇ ਦਿਨ ਬਾਅਦ ਹੋਵੇਗਾ, ਜਾਂ ਆਹ ਕੰਮ ਪੂਰਨਮਾਸ਼ੀ ਤੋਂ ਪਹਿਲਾਂ ਇੰਨੇ ਦਿਨ ਹੋਵੇਗਾ। ਮਹਾਰਾਜ ਜੀਆਂ ਦੇ ਛਕਣ ਵਾਸਤੇ ਕਹਿਣ ਲੱਗੇ ਪੰਚਮੀ ਦਾ ਜਿਹੜਾ ਦਿਹਾੜਾ ਉਹ ਚੁਣਿਆ ਗਿਆ ਹੈ। ਕੀ ਜਹ ਮਾਤਾ ਸਗਰੀ ਤਿਆਰੀ। ਮਾਤਾ ਸਾਹਿਬ ਜੀ ਸਾਰੀ ਤਿਆਰੀ ਕਰਦੇ ਪਏ ਵੀ ਸਾਡੇ ਪੁੱਤਰ ਦਾ ਸ਼ਗਨ ਆਇਆ ਹੈ। ਤੁਮਰੋ ਨੰਦਨ ਮੰਗਲ ਮੂਲ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਿਹੜੇ ਹਨ ਉਹ ਮੰਗਲ ਨੂੰ ਦੇਣ ਵਾਲੇ, ਮੰਗਲ ਨਾਮ ਖੁਸ਼ੀ ਦਾ ਹੈ, ਮੰਗਲ ਨਾਮ ਗੁਰਮੁਖੋਂ ਚੜ੍ਹਦੀ ਕਲਾ ਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਵਿਆਹ ਕਾਰਜ ਜਿਹੜੇ ਹੋ ਰਹੇ ਨੇ ਸਾਰੀ ਸੰਗਤ ਨੂੰ ਖੁਸ਼ੀ ਤੇ ਆਨੰਦ ਦੇਣ ਵਾਲੇ ਹਨ। ਸਕਲ ਗਰੀਬਾਨ ਅਨੁਕੂਲ। ਉਸ ਵੇਲੇ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਖੁਸ਼ੀਆਂ ਦੇਣ ਵਾਸਤੇ ਸੋ ਇਹ ਮਹਾਰਾਜ ਜੀ ਸਾਰਾ ਕੌਤਕ ਕਰਦੇ ਹਨ। ਨਾਮ ਗੁਰੂ ਕੋ ਬਿਗਨ ਵਿਨਾਸ਼ੀ। ਕਿਉਂਕਿ ਸਤਿਗੁਰਾਂ ਦਾ ਤੇ ਗੁਰਮੁਖੋ ਨਾਮ ਹੀ ਵਿਘਨਾਂ ਨੂੰ ਨਾਸ਼ ਕਰਨ ਵਾਲਾ ਹੈ ਨਾ। ਗੁਰੂ ਕਾਰਜਾਂ ਵਿੱਚ ਵਿਘਨ ਕਿਵੇਂ ਪੈ ਸਕਦਾ ਹੈ? ਸਤਿਗੁਰੂ ਤੇ ਆਪਣੇ ਸਿੱਖ ਦੇ ਵਿਘਨਾਂ ਨੂੰ ਦੂਰ ਕਰ ਦਿੰਦੇ। ਮਹਾਰਾਜ ਦਾ ਫਰਮਾਨ ਹੈ, ਬਿਘਨ ਬਿਨਾਸਨ ਸਭ ਦੁਖ ਨਾਸਨ, ਸਤਿਗੁਰ ਨਾਮ ਦਿਰੜਾਇਆ। ਇਹ ਨਾਮ ਜਿਹੜਾ ਹੈ ਨਾ, ਜਿੱਥੇ ਨਾਮ ਜਪਿਆ ਜਾਂਦਾ ਉੱਥੇ ਵਿਘਨ ਕੋਈ ਨਹੀਂ ਪੈਂਦਾ, ਦੁੱਖ ਵੀ ਸਾਰੇ ਭੱਜ ਜਾਂਦੇ। ਸਾਹਾ ਗਣੇ ਨਾ ਕਰੇ ਵਿਚਾਰ, ਸਾਹੇ ਉਪਰ ਏਕ ਅੰਕਾਰ। ਇਹ ਮਹਾਰਾਜ ਦਾ ਫਰਮਾਨ ਹੈ ਕਿ ਗੁਰੂ ਕਾ ਸਿੱਖ ਸਾਹੇ ਲਗਨ ਪੱਤਰੀ ਦੀ ਵਿਚਾਰ ਨਾ ਕਰੇ, ਕੇਵਲ ਪਰਮੇਸ਼ਰ ਦੇ ਅੱਗੇ, ਗੁਰੂ ਅੱਗੇ ਅਰਦਾਸ ਕਰਕੇ ਆਪਣੇ ਕਾਰਜਾਂ ਨੂੰ ਕਰੇ, ਉਹਦੇ ਵਿੱਚ ਗੁਰੂ ਅੰਗ ਸੰਗ ਸਹਾਈ ਹੁੰਦਾ ਹੈ। ਐਸੇ ਬਚਨ ਮਹਾਰਾਜ ਦੇ ਗੁਰਬਾਣੀ ਵਿੱਚ ਹਨ। ਪੂਰਨ ਹੋਤ ਮਨੋਰਥ ਰਾਸ਼ੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਰਿਆਂ ਦੀਆਂ ਮਨ ਦੀਆਂ ਮਨੋਰਥ ਪੂਰੇ ਕਰਨ ਵਾਲੇ ਨੇ। ਜੇ ਜੇ ਤੁਮਰੇ ਧਿਆਨ ਕੋ ਨਿਤ ਉਠ ਧਿਆਇ ਹੈ ਸੰਤ, ਅੰਤ ਲਹੇਂਗੇ ਮੁਕਤ ਫਲ ਪਾਵੇਂਗੇ। ਭਗਵਾਨ ਦਸਵੇਂ ਪਾਤਸ਼ਾਹ ਦਾ ਫਰਮਾਨ ਹੈ, ਜਿਹੜੇ ਜਿਹੜੇ ਪਰਮਾਤਮਾ ਤੇਰੇ ਨਾਮ ਨੂੰ ਧਿਆਉਣਗੇ, ਜਪਣਗੇ ਗੁਰਮੁਖ, ਉਹਨਾਂ ਨੂੰ ਮੁਕਤੀ ਮਿਲ ਜਾਏਗੀ। ਸਤਿਗੁਰੂ ਪਾਤਸ਼ਾਹ ਐਸੇ ਨੇ ਜਿਹੜੇ ਗੁਰੂ ਦੇ ਨਾਲ ਜੁੜਨਗੇ ਭਾਈ, ਉਹ ਸਾਰੇ ਦੇ ਸਾਰੇ ਮੁਕਤ ਹੋ ਜਾਂਦੇ ਹਨ। ਸੁਨ ਗੁਜ਼ਰੀ ਮਨ ਹਰਖ ਨ ਥੋਰਾ। ਮਾਤਾ ਸਾਹਿਬ ਮਾਤਾ ਗੁਜਰੀ ਜੀ ਬੜੇ ਖੁਸ਼ ਨੇ, ਕਿਉਂਕਿ ਉਹਨਾਂ ਦੇ ਪੁੱਤਰ ਦਾ ਇਹ ਵਿਆਹ ਹੋ ਰਿਹਾ ਹੈ ਤੇ ਵਿਆਹ ਦੀ ਖੁਸ਼ੀ ਸਭ ਤੋਂ ਜ਼ਿਆਦੀ ਮਾਤਾ ਜੀ ਨੂੰ ਹੈ। ਭੇਜੀ ਸੁਧ ਸਭ ਹਨ ਕੀ ਓਰ। ਉਸ ਵੇਲੇ ਮਾਤਾ ਜੀਆਂ ਨੇ ਸਾਰਿਆਂ ਨੂੰ ਖਬਰਾਂ ਭੇਜ ਦਿੱਤੀਆਂ, ਆਪਣੇ ਪੇਕਿਆਂ ਨੂੰ ਵੀ ਖਬਰ ਭੇਜੀ ਹੈ। ਇਸੇ ਤਰ੍ਹਾਂ ਜਿਹੜੇ ਗੁਰੂ ਘਰ ਦੇ ਉਸ ਵੇਲੇ ਰਿਸ਼ਤੇਦਾਰ ਸਨ ਉਹਨਾਂ ਨੂੰ ਵੀ ਖਬਰਾਂ ਭੇਜੀਆਂ ਹਨ। ਕੀਰਤਪੁਰ ਤੇ ਸਕਲ ਹਕਾਰੀ। ਕਿਉਂਕਿ ਕੀਰਤਪੁਰ ਦੇ ਵਿੱਚ ਵੀ ਮਹਾਰਾਜ ਦਾ ਪਰਿਵਾਰ ਰਹਿੰਦਾ ਹੈ ਨਾ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਭਰਾ ਬਾਬਾ ਸੂਰਜਮਲ ਵਗੈਰਾ, ਬਾਬਾ ਗੁਰਦਿੱਤਾ ਜੀਆਂ ਦਾ ਪਰਿਵਾਰ, ਇਹ ਸਾਰੇ ਕੀਰਤਪੁਰ ਸਾਹਿਬ ਉਸ ਵੇਲੇ ਰਹਿੰਦੇ ਸਨ। ਸੋ ਇਹਨਾਂ ਸਾਰਿਆਂ ਨੂੰ ਖਬਰਾਂ ਭੇਜੀਆਂ ਗਈਆਂ, ਚਿੱਠੀਆਂ ਭੇਜੀਆਂ ਗਈਆਂ, ਸੁਨੇਹੇ ਭੇਜੇ ਗਏ ਵੀ ਅਸੀਂ ਭਾਈ ਪੁੱਤਰ ਦਾ ਵਿਆਹ ਰੱਖਿਆ ਤੇ ਆਉਣਾ ਕਰੋ। ਮਿਲੀ ਅਨੇਕ ਨਗਰ ਕੀ ਇਸ ਨਾਰੀ। ਤਰ੍ਹਾਂ ਕਹਿਣ ਲੱਗੇ ਵੀ ਇਹ ਜਿਹੜਾ ਕੀਰਤਪੁਰ ਸਾਹਿਬ ਹੈ, ਇੱਥੋਂ ਦੀਆਂ ਸੰਗਤਾਂ ਇਕੱਠੀਆਂ ਹੋ ਗਈਆਂ, ਬੀਬੀਆਂ ਮਾਈਆਂ ਇਕੱਠੀਆਂ ਹੋ ਕੇ ਮਹਾਰਾਜ ਦੇ ਵਿਆਹ ਦੀ ਖਬਰ ਸੁਣ ਕੇ ਬੜੀ ਖੁਸ਼ੀ ਦੇ ਨਾਲ ਚੱਲ ਕੇ ਆਈਆਂ ਹਨ। ਬਾਦਤ ਅਨਕਰੀਤ ਬਜਵਾਏ। ਅਨੇਕ ਤਰ੍ਹਾਂ ਦੇ ਬਾਜੇ, ਕਿਉਂਕਿ ਖੁਸ਼ੀ ਜਿਹੜੀ ਹੈ ਨਾ, ਬਾਜੇ ਗਾਜੇ ਵੱਜਦੇ ਪਏ, ਢੋਲ ਢਮੱਕੇ ਵੱਜਦੇ ਪਏ ਤੇ ਬੜੀ ਖੁਸ਼ੀ ਇਹ ਮਨਾਈ ਜਾ ਰਹੀ ਹੈ। ਗੁਰੂ ਪੌਰ ਕੇ ਅਗਰ ਸੁਹਾਏ। ਇਹ ਸਾਰੇ ਜਾਣੇ ਗੁਰੂ ਦਰਵਾਜ਼ੇ ਦੇ ਸਾਹਮਣੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਦੇ ਵਿੱਚ ਰਹਿੰਦੇ ਪਏ। ਗੁਰੂ ਕੇ ਮਹਿਲ ਉਹ ਗੁਰਦੁਆਰਾ ਸਾਹਿਬ ਬਣਿਆ, ਆਪ ਸੰਗਤਾਂ ਦਰਸ਼ਨ ਕਰ ਸਕਦੇ। ਉਸ ਦਰਵਾਜ਼ੇ ਦੇ ਸਾਹਮਣੇ ਸੰਗਤਾਂ ਖੁਸ਼ੀ ਮਨਾਉਣ ਵਾਸਤੇ ਇਕੱਠੀਆਂ ਹੋਈਆਂ ਹਨ। ਨਿਸ ਮਹਿ ਮਿਲੈ ਚਾਰ ਗਨ ਨਾਰੀ। ਕਹਿਣ ਲੱਗੇ ਵੀ ਰਾਤ ਨੂੰ ਜਦੋਂ ਸ਼ਾਮ ਪੈ ਜਾਂਦੀ ਹੈ, ਘਰ ਦਾ ਕੰਮ ਕਾਰ ਨਿਬੇੜ ਕੇ ਅਨੰਦਪੁਰ ਸਾਹਿਬ ਦੀਆਂ ਸੰਗਤਾਂ ਜਾਂ ਮਾਈਆਂ ਬੀਬੀਆਂ ਇਕੱਠੀਆਂ ਉਸ ਵੇਲੇ ਹੋ ਜਾਂਦੀਆਂ ਹਨ। ਇੱਕ ਨਾਚਤ ਹੈ ਦੋ ਕਰ ਤਿਆਰੀ। ਕੋਈ ਇਸੇ ਤਰ੍ਹਾਂ ਗਿੱਧਾ ਪਾ ਰਿਹਾ ਹੈ ਤੇ ਕੋਈ ਨੱਚਦਾ ਪਿਆ, ਕੋਈ ਸ਼ਗਨਾਂ ਦੇ ਗੀਤ ਗਾ ਰਿਹਾ, ਕੋਈ ਸ਼ਬਦ ਗਾ ਰਿਹਾ। ਐਸੀ ਖੁਸ਼ੀ ਮਹਾਰਾਜ ਦੇ ਘਰੇ ਮਨਾਈ ਜਾਂਦੀ ਹੈ। ਸ੍ਰੀ ਗੁਜਰੀ ਸਭ ਕੋ ਸਨਮਾਨ। ਮਾਤਾ ਸਾਹਿਬ ਮਾਤਾ ਗੁਜਰੀ ਜੀ ਸਾਰਿਆਂ ਦਾ ਹੀ ਸਨਮਾਨ ਕਰਦੇ। ਜਿਵੇਂ ਦਾ ਕੋਈ ਰਿਸ਼ਤੇਦਾਰ ਆਇਆ ਉਹਨਾਂ ਨੂੰ ਵੀ ਮਾਣ ਸਨਮਾਨ ਹੈ। ਜੇ ਕੋਈ ਸੰਗਤ ਵਿੱਚੋਂ ਚੱਲ ਕੇ ਆਇਆ ਹੈ ਉਹਨਾਂ ਦਾ ਮਾਣ ਸਨਮਾਨ ਵੀ ਹੈ। ਜੇ ਕੋਈ ਗੁਰੂ ਪਰਿਵਾਰ ਵਿੱਚੋਂ ਚੱਲ ਕੇ ਆਇਆ ਹੈ ਉਹਨਾਂ ਦਾ ਮਾਣ ਸਨਮਾਨ ਵੀ ਹੁੰਦਾ ਹੈ। ਮੁਖ ਤੇ ਕੋਮਲ ਬਾਤ ਬਖਾਨਾ। ਅਤੇ ਇਸੇ ਤਰ੍ਹਾਂ ਬੜੇ ਬੜੇ ਸੋਹਣੇ ਬਚਨ ਜਿਹੜੇ ਮੁਖੋਂ ਕਹਿ ਕੇ ਸਤਿਕਾਰ ਮਾਤਾ ਜੀ ਦਿੰਦੇ ਹਨ। ਆਜ ਦਿਵਸ ਪਰ ਹੈ ਬਲਿਹਾਰੀ। ਮਾਤਾ ਜੀ ਕਹਿੰਦੇ ਵੀ ਅੱਜ ਦੇ ਦਿਨ ਤੋਂ ਮੈਂ ਬਲਿਹਾਰ ਜਾਂਦੀ, ਕੁਰਬਾਨ ਜਾਂਦੀ, ਸਦਕੇ ਜਾਂਦੀ ਹਾਂ, ਜੋ ਪ੍ਰਮਾਤਮਾ ਨੇ ਐਸੀ ਖੁਸ਼ੀ ਦਾ ਸਮਾਂ ਮੈਨੂੰ ਬਖਸ਼ਿਆ ਹੈ। ਸੁਤ ਸ਼ਾਦੀ ਹਿਤ ਹਰਕਤ ਨਾਰੀ। ਅਤੇ ਜਿੰਨੀਆਂ ਇਸਤਰੀਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿਆਹ ਕਰਕੇ ਬੜੀਆਂ ਖੁਸ਼ ਨੇ ਵੀ ਮਹਾਰਾਜ ਜੀਆਂ ਦਾ ਵਿਆਹ। ਗੁਰਮੁਖੋਈ ਜ਼ਿੰਦਗੀ ਵਿੱਚ ਮੌਕਾ ਕਿੱਥੇ ਮਿਲਦਾ ਇਹੋ ਜਿਹਾ
ਜਿਹੜਾ ਸਮਾਗਮ ਜਿੱਥੇ ਗੁਰੂ ਪਾਤਸ਼ਾਹ ਆਪ ਸ਼ਾਮਲ ਹੋਣ ਔਰ ਉਹ ਸੰਗਤ ਦਰਸ਼ਨ ਕਰ ਪਾਏ। ਇਸ ਤਰ੍ਹਾਂ ਦੇ ਸਮਾਗਮ, ਇਸ ਤਰ੍ਹਾਂ ਦੇ ਜੋੜ ਮੇਲੇ ਨਹੀਂ ਬਣਦੇ। ਇਹ ਵੱਡੇ ਭਾਗ ਨੇ ਜਿਨ੍ਹਾਂ ਨੇ ਐਸੇ ਦਰਸ਼ਨ ਕੀਤੇ ਹਨ। ਤਬ ਅਨਵਾਏ ਘਨੋ ਮਿਸਟਾਨ। ਇਸੇ ਤਰ੍ਹਾਂ ਬਹੁਤ ਜ਼ਿਆਦਾ ਮਿਸ਼ਟਾਨ, ਕਿਉਂਕਿ ਖੁਸ਼ੀ ਦੇ ਸਮੇਂ ਉਹਨਾਂ ਸਮਿਆਂ ਵਿੱਚ ਪਤਾਸੇ ਵਗੈਰਾ ਵੰਡੇ ਜਾਂਦੇ ਸਨ। ਜਦੋਂ ਕੋਈ ਗੰਢ ਜਾਂਦੀ ਨਾ, ਸ਼ਗਨ ਦਾ ਸੁਨੇਹਾ ਜਾਂਦਾ, ਨਾਲ ਪਤਾਸੇ ਭੇਜੇ ਜਾਂਦੇ, ਵੱਡੇ ਵੱਡੇ ਪਤਾਸੇ ਉਹਨਾਂ ਨੂੰ ਭੇਜਿਆ ਜਾਂਦਾ, ਜਾਂ ਲੱਡੂ ਇਤਿਆਦਿਕ ਜਿਹੜੇ ਸਾਨੂੰ ਖੁਸ਼ੀ ਦਾ ਸੁਨੇਹ ਨਾਲ ਦੇ ਭੇਜੇ ਜਾਂਦੇ ਹਨ। ਵੰਟਵਾਇਸ ਕਰ ਆਨੰਦ ਮਾਤਾ ਮਹਾਨ। ਸਾਹਿਬ ਮਾਤਾ ਗੁਜਰੀ ਜੀਆਂ ਨੇ ਜਿੰਨੀ ਸੰਗਤ ਅਨੰਦਪੁਰ ਸਾਹਿਬ ਦੇ ਵਿੱਚ ਆਈ ਹੈ, ਜਾਂ ਜਿੰਨਿਆਂ ਨੂੰ ਚਿੱਠੀਆਂ ਭੇਜੀਆਂ ਪਰਿਵਾਰਾਂ ਨੂੰ, ਸਾਰਿਆਂ ਨੂੰ ਸ਼ਗਨ ਦੇਣ ਵਾਸਤੇ, ਇਹ ਮੂੰਹ ਮਿੱਠਾ ਕਰਨ ਵਾਸਤੇ ਲੱਡੂ ਜਿਹੜੇ ਨੇ ਉਹ ਭੇਜੇ ਹਨ। ਭਈ ਪ੍ਰਾਤ ਪੁਨ ਹਿਤ ਸਭ ਹੀ ਤੇ ਕਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੀ ਬਰਾਤ ਵਾਸਤੇ ਕਹਿਣ ਲੱਗੇ ਸਾਰੀ ਸੰਗਤ, ਭਈ ਪ੍ਰਾਤ, ਜਦੋਂ ਅੰਮ੍ਰਿਤ ਵੇਲਾ ਹੋਇਆ ਨਾ, ਅਗਲੇ ਦਿਨ ਦੀ ਖਬਰ, ਅਗਲੇ ਦਿਨ ਦੀ ਵਾਰਤਾ, ਜਿਸ ਵੇਲੇ ਦਿਨ ਚੜਿਆ ਹੈ, ਉਮਗਤ ਭਇਓ ਹਰਖ ਸਭ ਜੀ ਤੇ ਕਾ। ਸਾਰਿਆਂ ਦਾ ਮਨ ਪ੍ਰੇਮ ਦੇ ਵਿੱਚ ਉਛਲ ਹੀ ਪਿਆ। ਸੰਗਤਾਂ ਨੂੰ ਡਾਢੀ ਖੁਸ਼ੀ ਹੈ, ਕਿਉਂਕਿ ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਸਤਿਗੁਰੂ ਪਾਤਸ਼ਾਹ ਜੀ ਸਾਰਿਆਂ ਦੇ ਸਾਂਝੇ ਨੇ, ਸਾਂਝੇ ਪਿਤਾ ਨੇ। ਖੁਸ਼ੀ ਸਾਰਿਆਂ ਨੂੰ ਹੀ ਹੈ, ਇੱਥੇ ਇੱਕ ਦੇ ਨਾਲ ਰਿਸ਼ਤੇਦਾਰੀ ਨਹੀਂ ਹੈ। ਸਤਿਗੁਰੂ ਸਾਰਿਆਂ ਦੇ ਬਰਾਬਰ ਤੇ ਸਾਂਝੇ ਨੇ। ਸੰਗਤਾਂ ਦੇ ਮਨ ਵਿੱਚ ਡਾਢੀ ਖੁਸ਼ੀ ਹੈ। ਨਾਰ ਸੁਹਾਗਣ ਬ੍ਰਿੰਦ ਇਸ ਹਕਾਰੀ। ਤਰ੍ਹਾਂ ਜਿਹੜੀਆਂ ਸੁਹਾਗਣ ਇਸਤਰੀਆਂ ਨੇ ਉਹਨਾਂ ਨੂੰ ਬੁਲਾਇਆ ਗਿਆ, ਕਿਉਂਕਿ ਉਹਨਾਂ ਸਮਿਆਂ ਵਿੱਚ ਇਹ ਮਨੌਤ ਮੰਨੀ ਜਾਂਦੀ, ਗੱਲ ਮੰਨੀ ਜਾਂਦੀ ਹੈ ਕਿ ਜਿਹਦੇ ਪੁੱਤਰ ਨੇ ਜਾਂ ਜਿਹੜੀ ਸੁਹਾਗਣ ਹੈ, ਸੋ ਉਹ ਅਸੀਸ ਦੇਵੇ ਆ ਕੇ, ਜਾਂ ਸ਼ੁਭ ਕਾਰਜ ਵਿੱਚ ਪਹਿਲ ਕਰੇ, ਉਹਦੇ ਵਿੱਚ ਬਹੁਤੀ ਬਰਕਤ ਪੈਂਦੀ ਹੈ। ਐਸੀ ਵਿਚਾਰ ਦੇ ਨਾਲ ਬੁਲਾਇਆ ਹੈ। ਬਸਨ ਵਿਭੂਖਨ ਸੁੰਦਰ ਨਾਰੀ। ਇਹ ਜਿਹੜੀਆਂ ਇਸਤਰੀਆਂ ਚੱਲ ਕੇ ਆਈਆਂ, ਕਵੀ ਜੀ ਵਿਆਹ ਦਾ ਅਲੰਕਾਰ ਬਣਦੇ ਪਏ। ਅਲੰਕਾਰ ਤੋਂ ਭਾਵ ਹੁੰਦਾ ਗੁਰਮੁਖੋ ਕਿ ਜਿਹੜੀ ਆਪਾਂ ਗੱਲ ਸੁਣਦੇ ਪਏ ਹਾਂ, ਜਿਹੜਾ ਆਪਾਂ ਇਤਿਹਾਸ ਸੁਣਦੇ ਪਏ ਹਾਂ, ਉਸ ਇਤਿਹਾਸ ਦੇ ਉੱਪਰ ਪੂਰੇ ਦਾ ਪੂਰਾ ਵਜਨ ਦੇਣਾ, ਪੂਰੀਆਂ ਗੱਲਾਂ ਚਾਰ ਚਫੇਰਿਓਂ ਬਣਾਉਣੀਆਂ, ਕਿਸੇ ਬੰਨਿਓ ਅਧੂਰੀ ਗੱਲ ਨਾ ਰਹਿ ਜਾਵੇ। ਮੰਨ ਲਓ ਜੇ ਜੰਗ ਦੀ ਗੱਲ ਚੱਲੀ ਹੈ ਤੇ ਜੰਗ ਦੀ ਗੱਲ ਕਰਦੇ ਪਏ, ਉੱਥੇ ਤਲਵਾਰ ਦਾ ਜ਼ਿਕਰ ਕਰਨਾ ਪਵੇਗਾ, ਬੰਦੂਕ ਦਾ ਕਰਨਾ ਪਵੇਗਾ, ਹਾਥੀ ਘੋੜਿਆਂ ਦਾ ਜ਼ਿਕਰ ਹੁੰਦਾ, ਸੂਰਮੇ ਕਿਵੇਂ ਲੜਦੇ ਜ਼ਿਕਰ ਹੁੰਦਾ। ਇੱਥੇ ਜਿਹੜੀ ਕਥਾ ਚੱਲਦੀ ਪਈ ਹੈ, ਉਹ ਚੱਲਦੀ ਪਈ ਹੈ ਵਿਆਹ ਦੀ ਕਥਾ। ਤੇ ਵਿਆਹ ਦੀ ਕਥਾ ਵਿੱਚ ਵੀ ਕਈ ਬਚਨ ਇਹੋ ਜਿਹੇ ਕਵੀ ਜੀ ਲਿਖਦੇ ਪਏ ਤਾਂ ਕਿ ਵਿਆਹ ਦਾ ਪੂਰਾ ਉਹ ਜਿਹੜਾ ਜੋੜ ਮੇਲਾ ਨਾ ਉਸੇ ਤਰ੍ਹਾਂ ਸਾਡੇ ਸਾਹਮਣੇ ਆ ਜਾਵੇ। ਕਹਿਣ ਲੱਗੇ ਇਸ ਜੋੜ ਮੇਲੇ ਵਿੱਚ ਬੀਬੀਆਂ ਜਿਹੜੀਆਂ ਨੇ ਨਗਰਾਂ ਦੀਆਂ, ਉਹਨਾਂ ਨੂੰ ਬੁਲਾਇਆ ਗਿਆ। ਉਹ ਸਾਰੀਆਂ ਹਾਰ ਸ਼ਿੰਗਾਰ ਕਰਕੇ, ਸੋਹਣੇ ਵਸਤਰ ਪਾ ਕੇ, ਸਜ ਧਜ ਕੇ ਮਹਾਰਾਜ ਦੇ ਵਿਆਹ ਵਿੱਚ ਸ਼ਾਮਲ ਹੋਈਆਂ ਹਨ। ਮੰਗਲ ਮੂਲ ਧਰਾਇਸ ਢੋਲੂ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਖੁਸ਼ੀਆਂ ਦੇਣ ਵਾਲੇ, ਤੇ ਕਹਿਣ ਲੱਗੇ ਇਸ ਤਰ੍ਹਾਂ ਢੋਲ ਇਤਿਆਦਿਕ ਜਿਹੜੇ ਹਨ ਉਸ ਵੇਲੇ ਵਜਾਏ ਗਏ। ਕਈ ਵਾਰੀ ਸਾਡੇ ਮਨ ਵਿੱਚ ਇਹ ਵੀ ਸਵਾਲ ਪੈਦਾ ਹੋ ਜਾਂਦਾ ਹੈ ਕਿ ਸਤਿਗੁਰੂ ਪਾਤਸ਼ਾਹ ਨੇ ਇਹਨਾਂ ਗੱਲਾਂ ਤੋਂ ਮਨਾ ਕੀਤਾ ਤੇ ਫਿਰ ਕਿਉਂ ਇਹ ਸਭ ਕੁਝ ਹੋ ਰਿਹਾ ਹੈ। ਗੁਰਮੁਖੋ ਇੱਥੇ ਬਚਨ ਇਹ ਵੀ ਯਾਦ ਰੱਖਣ ਵਾਲਾ ਹੈ, ਹਾਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਉਮਰਾਂ ਛੋਟੀ ਹੈ, ਹਾਲੇ ਖਾਲਸਾ ਪੰਥ ਦੀ ਮਰਿਆਦਾ ਵਧੀ ਨਹੀਂ ਹੈ। ਉਹ ਤੇ ਅੰਮ੍ਰਿਤ ਦੀ ਦਾਤ ਦੇਣ ਵੇਲੇ ਮਹਾਰਾਜ ਨੇ ਖਾਲਸੇ ਦੀ ਮਰਿਆਦਾ ਬਣਾਈ। ਇਹਨਾਂ ਗੱਲਾਂ ਦਾ ਪਰਹੇਜ਼ ਕਰਨਾ, ਇਹਨਾਂ ਗੱਲਾਂ ਦੇ ਵਿੱਚ ਵਰਤਣਾ ਹੈ। ਉਹ ਅੱਗੇ ਜਾ ਕੇ ਮਹਾਰਾਜ ਜੀ ਸਾਰੀ ਖਾਲਸੇ ਦੀ ਮਰਿਆਦਾ ਨੂੰ ਬੰਨਣਗੇ। ਹਾਲੇ ਤੇ ਆਮ ਸੰਸਾਰੀ ਲੋਕਾਂ ਵਾਂਗ ਲੌਕਿਕ ਰੀਤ ਜਾਂ ਕਹਿ ਲਈਏ ਵੈਦਿਕ ਰੀਤ, ਵੈਦਿਕ ਰੀਤ ਉਹ ਹੁੰਦੀ ਹੈ ਜਿਹੜੀ ਗ੍ਰੰਥਾਂ ਵਿੱਚ ਲਿਖੀ ਗਈ ਹੈ, ਉਹਦੇ ਮੁਤਾਬਕ ਕੰਮ ਕਰਨੇ। ਲੌਕਿਕ ਰੀਤ ਉਹ ਹੁੰਦੀ ਹੈ ਸੋ ਜਿਹੜੀ ਲੋਕਾਂ ਵਿੱਚ ਚੱਲੀ ਹੋਈ ਉਸ ਦੇ ਮੁਤਾਬਕ ਕੰਮ ਕਰਨੇ। ਇਹ ਲੌਕਿਕ ਤੇ ਵੈਦਿਕ ਰੀਤ ਜਿਹੜੀ ਹੈ ਇਸ ਨੂੰ ਮੰਨਿਆ ਜਾਂਦਾ। ਜਿਵੇਂ ਅੱਜ ਕੱਲ੍ਹ ਰੱਖੜੀ ਦਾ ਦਿਨ ਚੱਲਦਾ ਪਿਆ, ਰੱਖੜੀ ਦਾ ਤਿਉਹਾਰ ਲੋਕ ਮਨਾਉਂਦੇ ਪਏ। ਕੁਝ ਲੋਕ ਸਵਾਲ ਵੀ ਕਰ ਦਿੰਦੇ ਵੀ ਰੱਖੜੀ ਦਾ ਇਤਿਹਾਸ ਕੀ ਹੈ। ਰੱਖੜੀ ਦਾ ਕੋਈ ਇਤਿਹਾਸ ਨਹੀਂ ਹੈ, ਕਿਸੇ ਵੀ ਧਰਮ ਦੇ ਨਾਲ ਕੋਈ ਸੰਬੰਧ ਨਹੀਂ ਹੈ। ਇਹ ਕੋਈ ਵੈਦਿਕ ਤਿਉਹਾਰ ਨਹੀਂ ਹੈ, ਗ੍ਰੰਥਾਂ ਵਿੱਚ ਲਿਖਿਆ ਹੋਇਆ, ਗ੍ਰੰਥਾਂ ਦੇ ਮੁਤਾਬਕ ਮਨਾਉਣ ਵਾਲਾ ਤਿਉਹਾਰ ਨਹੀਂ ਹੈ। ਇਹ ਲੌਕਿਕ ਤਿਉਹਾਰ ਹੈ ਕਿ ਇੱਕ ਖੁਸ਼ੀ ਨੂੰ ਸਾਂਝਾ ਕਰਨਾ, ਜਾਂ ਇਸ ਤਰ੍ਹਾਂ ਕਹਿ ਲਈਏ ਅੱਜ ਆਪਣੇ ਕੋਲ ਸਾਧਨ ਨੇ, ਗੱਡੀਆਂ ਮੋਟਰਾਂ, ਆਪਾਂ ਝਾਟੀ ਇੱਕ ਥਾਂ ਤੋਂ ਜਾ ਕੇ ਦੂਜੀ ਥਾਂ 'ਤੇ ਪਹੁੰਚ ਜਾਂਦੇ। ਪਹਿਲੇ ਸਮੇਂ ਵਿੱਚ ਲੋਕ ਪੈਦਲ ਵਗੈਰਾ ਜਾਇਆ ਕਰਦੇ। ਉਸ ਵੇਲੇ ਇਹ ਇੱਕ ਆਪਾਂ ਕਹਿ ਲਈਏ ਬਹਾਨਾ ਸੀ ਮਿਲਣ ਦਾ, ਵੀ ਜੇ ਨਹੀਂ ਜਾਇਆ ਜਾ ਸਕਦਾ ਦੂਰ ਰਿਸ਼ਤੇਦਾਰੀ ਤੇ ਇਹ ਇੱਕ ਦਿਨ ਰੱਖਿਆ ਗਿਆ ਵੀ ਆਹ ਰੱਖੜੀ ਦਾ ਦਿਨ ਸਮਝ ਕੇ ਮਿਲਣ ਦਾ ਇੱਕ ਸਮਾਂ ਮਿਲ ਗਿਆ ਵੀ ਇਸ ਦਿਨ ਨੂੰ ਜਾ ਕੇ ਤੁਸੀਂ ਆਪਣੇ ਪਰਿਵਾਰ ਨੂੰ ਜ਼ਿਆਦਾ ਨਹੀਂ ਤੇ ਸਾਲ ਵਿੱਚ ਇੱਕ ਵਾਰੀ ਮਿਲ ਸਕਦੇ ਹੋ। ਇਸ ਤਰੀਕੇ ਦੇ ਨਾਲ ਇਹੋ ਜਿਹੇ ਤਿਉਹਾਰ ਚੱਲ ਪਏ। ਰੱਖੜੀ ਨੂੰ ਰਕਸ਼ਾ ਬੰਧਨ ਆਖਿਆ ਜਾਂਦਾ। ਇਹ ਵਿਚਾਰਿਆ ਜਾਂਦਾ ਹੈ ਵੀ ਰੱਖੜੀ ਬੰਨ੍ਹ ਕੇ ਰੱਖਿਆ ਪ੍ਰਾਪਤ ਹੁੰਦੀ ਹੈ, ਭਰਾ ਰੱਖਿਆ ਕਰਦੇ। ਪਰ ਗੁਰਮੁਖੋ ਗੁਰਮਤਿ ਵਿੱਚ ਇਸ ਦੀ ਕੋਈ ਜਗ੍ਹਾ ਨਹੀਂ ਹੈ।
ਸਤਿਗੁਰਾਂ ਨੇ ਜਿੱਥੇ ਅੰਮ੍ਰਿਤ ਛਕਾ ਕੇ ਸਿੱਖ ਨੂੰ ਸਿੰਘ ਸਜਾਇਆ ਹੈ, ਉੱਥੇ ਬੀਬੀ ਨੂੰ ਵੀ ਅੰਮ੍ਰਿਤ ਛਕਾ ਕੇ ਕੌਰ ਬਣਾਇਆ ਹੈ। ਆਪਣੇ ਆਪ ਤੇ ਨਿਰਭਰ ਕੀਤਾ, ਤੂੰ ਆਪਣੀ ਰੱਖਿਆ ਆਪ ਕਰ ਸਕਦੀ ਹੈ। ਗਲ ਦੇ ਵਿੱਚ ਸ਼ਸਤਰ ਸਜਾ ਕੇ ਅਤੇ ਸੂਰਮਤਾਈ ਦੇ ਨਾਲ ਤੈਨੂੰ ਕਿਸੇ ਤੇ ਨਿਰਭਰ ਹੋਣ ਦੀ ਲੋੜ ਨਹੀਂ ਹੈ ਕਿ ਕੋਈ ਦੂਜਾ ਆਵੇਗਾ ਮੇਰੀ ਰੱਖਿਆ ਕਰੇਗਾ। ਨਹੀਂ, ਆਪਣੀ ਰੱਖਿਆ ਤੂੰ ਖੁਦ ਕਰ ਸਕਦੀ ਹੈ। ਐਸੀਆਂ ਦਾਤਾਂ ਤੈਨੂੰ ਧੰਨ ਦਸਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀਆਂ। ਜਿਵੇਂ ਸਾਡੇ ਸਾਹਮਣੇ ਮਾਤਾ ਸਾਹਿਬ ਮਾਤਾ ਭਾਗੋ ਜੀਆਂ ਦਾ ਇਤਿਹਾਸ ਆ ਜਾਂਦਾ ਹੈ। ਗੁਰਮੁਖੋ ਉਹਨਾਂ ਸਮਿਆਂ ਵਿੱਚ ਮਾਤਾ ਭਾਗੋ ਜੀਆਂ ਨੇ ਜੰਗ ਕਰਕੇ ਦੁਸ਼ਮਣ ਦੇ ਆਹੂ ਲਾ ਸੁੱਟੇ। ਇਹ ਮਹਾਰਾਜ ਸਾਹਿਬ ਜੀਆਂ ਨੇ ਨਵੀਂ ਪਰੰਪਰਾ ਤੋਰੀ ਹੈ, ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਕ੍ਰਾਂਤੀਕਾਰੀ ਨੇ ਮਹਾਰਾਜ ਸਾਹਿਬ ਜੀ। ਇਹ ਨਵੀਂ ਕ੍ਰਾਂਤੀ ਲਿਆਂਦੀ ਹੈ। ਮਹਾਰਾਜ ਦਾ ਬਚਨ ਪੜ੍ਹਦੇ ਹਾਂ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਇਹ ਬਚਨ ਤੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ। ਉਹਨਾਂ ਸਮਿਆਂ ਵਿੱਚ ਔਰਤ ਨੂੰ ਬੜਾ ਨੀਵਾਂ, ਬੜਾ ਮਾੜਾ, ਬੜਾ ਭੈੜਾ ਸਮਝਿਆ ਜਾਂਦਾ, ਤਿਰਸਕਾਰ ਕੀਤਾ ਜਾਂਦਾ, ਨਰਾਦਰ ਕੀਤਾ ਜਾਂਦਾ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਖਿਆ, ਨਹੀਂ, ਤੁਸੀਂ ਜਿਹਦਾ ਨਰਾਦਰ ਤਿਰਸਕਾਰ ਕਰਦੇ ਹੋ, ਇਹਦੇ ਤੋਂ ਰਾਜੇ ਮਹਾਰਾਜੇ ਸੰਤ ਮਹਾਂਪੁਰਖ ਪੈਦਾ ਹੁੰਦੇ। ਇਹ ਸੰਸਾਰ ਨੂੰ ਬਣਾਉਣ ਵਾਲੀ ਹੈ। ਇਹ ਬਚਨ ਸਤਿਕਾਰ ਦੇ ਵਿੱਚ ਮਹਾਰਾਜ ਨੇ ਲਿਖਿਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਉਸ ਸਤਿਕਾਰ ਨੂੰ ਅੱਗੇ ਵਧਾਉਂਦਿਆਂ ਹੋਇਆਂ, ਹੋਰ ਬਖਸ਼ਿਸ਼ ਕਰਦਿਆਂ ਹੋਇਆਂ, ਇਹ ਜਿਹੜੀ ਸਤੀ ਪ੍ਰਥਾ ਸੀ ਉਹਨੂੰ ਮਹਾਰਾਜ ਨੇ ਬੰਦ ਕਰਵਾਇਆ। ਉਹਨਾਂ ਸਮਿਆਂ ਵਿੱਚ ਕੀ ਹੁੰਦਾ, ਜੇ ਪਤੀ ਮਰ ਜਾਵੇ ਤੇ ਪਤਨੀ ਜਿਉਂਦੀ ਨੂੰ ਨਾਲ ਚਿਖਾ ਤੇ ਚੜ੍ਹਨਾ ਪੈਂਦਾ ਸੜਨ ਵਾਸਤੇ, ਮਰਨ ਵਾਸਤੇ। ਮਹਾਰਾਜ ਨੇ ਆਖਿਆ, ਨਹੀਂ, ਇਹ ਜ਼ੁਲਮ ਹੈ, ਇਹ ਪਾਪ ਹੈ। ਜੇ ਪਤੀ ਮਰ ਜਾਵੇ ਤੇ ਪਤੀ ਨੂੰ ਨਾਲ ਸਤੀ ਹੋਣਾ ਪੈਂਦਾ ਹੈ, ਤੇ ਫਿਰ ਇਹ ਕਿਉਂ ਨਹੀਂ ਕੀਤਾ ਜਾਂਦਾ? ਜੇ ਪਤਨੀ ਮਰ ਜਾਵੇ ਤੇ ਪਤੀ ਨੂੰ ਵੀ ਤੇ ਨਾਲ ਸਤੀ ਹੋਣਾ ਚਾਹੀਦਾ ਨਾ। ਇਹ ਇੱਕ ਤਰਫਾ ਹੈ ਰਿਵਾਜ, ਦੋ ਤਰਫਾ ਕਿਉਂ ਨਹੀਂ ਹੈ? ਇਹ ਨਹੀਂ ਹੋਣਾ ਚਾਹੀਦਾ। ਇਹ ਸਤੀ ਪ੍ਰਥਾ ਜਿਹੜੀ ਸੀ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬੰਦ ਕਰਵਾਈ। ਜਦੋਂ ਬਾਦਸ਼ਾਹ ਅਕਬਰ ਆਇਆ ਨਾ ਮਹਾਰਾਜ ਦੇ ਦਰਬਾਰ ਵਿੱਚ ਸੇਵਾਵਾਂ ਮੰਗਦਾ ਪਿਆ, ਤੇ ਸਤਿਗੁਰਾਂ ਨੇ ਉਸ ਵੇਲੇ ਆਖਿਆ, ਅਕਬਰ ਨੂੰ ਕਹਿਣ ਲੱਗੇ, ਇਹ ਪ੍ਰਥਾ ਜਿਹੜੀ ਇਸ ਨੂੰ ਬੰਦ ਕਰਨਾ ਚਾਹੀਦਾ, ਇਹ ਨਹੀਂ ਹੋਣੀ ਚਾਹੀਦੀ। ਇਸ ਤਰ੍ਹਾਂ ਉਹ ਪ੍ਰਥਾ ਨੂੰ ਮਹਾਰਾਜ ਜੀਆਂ ਨੇ ਬੰਦ ਕਰਵਾਇਆ। ਇਹ ਦਾਤਾਂ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀਆਂ। ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ, ਬਰਾਬਰ ਦੇ ਹੱਕ ਮਹਾਰਾਜ ਸਾਹਿਬ ਜੀਆਂ ਨੇ ਬਖਸ਼ਿਸ਼ ਕਰ ਦਿੱਤੇ। ਇੱਕ ਵੇਲੇ ਹਰੀਪੁਰ ਦਾ ਰਾਜਾ ਰਾਣੀਆਂ ਲੈ ਕੇ ਮਹਾਰਾਜ ਦੇ ਦਰਸ਼ਨ ਕਰਨ ਆ ਗਿਆ ਗੋਇੰਦਵਾਲ ਦੀ ਧਰਤੀ ਤੇ। ਆ ਕੇ ਪੁੱਛਿਆ, ਮਹਾਰਾਜ, ਬਹੁਤੇ ਸਾਧੂ ਸੰਤ ਜਿਹੜੇ ਨੇ ਉਹ ਬੀਬੀਆਂ ਨੂੰ ਦਰਸ਼ਨ ਨਹੀਂ ਦਿੰਦੇ, ਪਰਦਾ ਕਰਦੇ ਨੇ। ਮੈਂ ਤੁਹਾਡੇ ਦਰਸ਼ਨ ਕਰਨ ਆਇਆ, ਕੀ ਮੇਰੀਆਂ ਰਾਣੀਆਂ ਵੀ ਦਰਸ਼ਨ ਕਰ ਸਕਦੀਆਂ? ਤੁਹਾਡੇ ਕੋਲ ਮਨਾਹੀ ਤੇ ਨਹੀਂ ਹੈ ਕੋਈ? ਮਹਾਰਾਜ ਕਹਿੰਦੇ, ਕੋਈ ਮਨਾਹੀ ਨਹੀਂ, ਇਹ ਗੁਰੂ ਕੀ ਸੰਗਤ ਹੈ, ਇੱਥੇ ਜਿਹੜਾ ਮਰਜ਼ੀ ਆ ਸਕਦਾ ਹੈ। ਪਰ ਆਪਣੀਆਂ ਰਾਣੀਆਂ ਨੂੰ ਇਹ ਗੱਲ ਕਹਿ ਵੀ ਕੋਈ ਸੰਗਤ ਵਿੱਚ ਘੁੰਡ ਕੱਢ ਕੇ ਨਾ ਆਵੇ। ਉਹਨਾਂ ਸਮਿਆਂ ਵਿੱਚ ਘੁੰਡ ਦਾ ਰਿਵਾਜ ਹੈ, ਘੁੰਡ ਕੱਢ ਕੇ ਮੂੰਹ ਢੱਕ ਲੈਣਾ। ਮਹਾਰਾਜ ਕਹਿੰਦੇ ਸੰਗਤ ਵਿੱਚ ਘੁੰਡ ਕੱਢ ਕੇ ਨਹੀਂ ਆਈਦਾ, ਕੋਈ ਘੁੰਡ ਨਾ ਕੱਢੇ, ਨੰਗੇ ਮੂੰਹ ਆ ਕੇ ਸੰਗਤ ਦੇ ਗੁਰੂ ਦੇ ਦਰਸ਼ਨ ਕਰੋ। ਇਹ ਵੀ ਮਹਾਰਾਜ ਜੀਆਂ ਨੇ ਹੱਕ ਬਖਸ਼ਿਸ਼ ਕੀਤਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਇਹ ਗੁਲਾਮੀ ਨੂੰ ਗਲੋਂ ਲਾਹਿਆ। ਤੇ ਜਿਸ ਵੇਲੇ ਉਹ ਰਾਜਾ ਦਰਸ਼ਨ ਕਰਨ ਆਇਆ ਨਾ ਰਾਣੀਆਂ ਲੈ ਕੇ, ਉਹਦੀਆਂ ਕਈ ਰਾਣੀਆਂ ਸਨ, ਸਾਰੀਆਂ ਰਾਣੀਆਂ ਨੇ ਦਰਸ਼ਨ ਕੀਤੇ ਮਹਾਰਾਜ ਦੇ। ਘੁੰਡ ਨੂੰ ਚੁੱਕ ਕੇ ਪਰਦਾ ਪਰੇ ਕਰਕੇ ਨੰਗੇ ਮੂੰਹ ਮਹਾਰਾਜ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਸਫਲਾ ਕੀਤਾ। ਪਰ ਇੱਕ ਰਾਣੀ ਜਿਹਦਾ ਨਵਾਂ ਵਿਆਹ ਹੋਇਆ, ਉਹ ਮਹਾਰਾਜ ਦੇ ਸਾਹਮਣੇ ਆ ਕੇ ਤੇ ਉਹਨੇ ਝਾਟੀ ਪੱਲੂ ਕਰ ਲਿਆ ਆਪਣੇ ਮੂੰਹ ਦੇ ਅੱਗੇ, ਛੇਤੀ ਦੇ ਨਾਲ ਚੁੰਨੀ ਦਾ ਪੱਲਾ ਕਰ ਲਿਆ। ਮਹਾਰਾਜ ਦੇ ਮੁਖੋਂ ਬਚਨ ਨਿਕਲ ਗਿਆ, ਕਹਿਣ ਲੱਗੇ, ਕਮਲੀਏ, ਜੇ ਦਰਸ਼ਨ ਹੀ ਨਹੀਂ ਕਰਨੇ ਸਨ ਤੇ ਸੰਗਤ ਵਿੱਚ ਕਿਉਂ ਆਈ? ਜੇ ਦਰਸ਼ਨ ਹੀ ਨਹੀਂ ਕਰਨੇ, ਪਰਦਾ ਹੀ ਕਰ ਲੈਣਾ, ਫਿਰ ਸੰਗਤ ਵਿੱਚ ਕਿਉਂ ਆਈ? ਕਮਲੀਏ ਝੱਲੀਏ, ਇਹ ਕਿਉਂ ਕੀਤਾ ਹੈ? ਆਖਿਆ ਤੇ ਮਹਾਰਾਜ ਨੇ ਪਿਆਰ ਦੇ ਨਾਲ, ਪਰ ਬਚਨ ਨੇ ਨਾ ਮਹਾਰਾਜ ਦੇ ਅਮੋਘ ਬਾਣ ਨੇ, ਪਾਤਸ਼ਾਹ ਦੇ ਬਚਨ ਮੁਖੋਂ ਨਿਕਲਿਆ। ਇਹ ਰਾਣੀ ਕਮਲੀ ਹੋ ਗਈ, ਝੱਲੀ ਹੋ ਗਈ ਤੇ ਜੰਗਲ ਨੂੰ ਦੌੜ ਗਈ। ਇਹ ਲੰਮਾ ਇਤਿਹਾਸ ਹੈ, ਪਿੱਛੇ ਆਪਾਂ ਇਹ ਵਾਰਤਾ ਸਰਵਣ ਵੀ ਕੀਤੀ ਹੈ। ਫਿਰ ਮਹਾਰਾਜ ਜੀਆਂ ਨੇ ਕਿਰਪਾ ਕਰਕੇ ਇਸ ਨੂੰ ਠੀਕ ਕੀਤਾ ਤੇ ਆਪਣੇ ਸਿੱਖ ਦੇ ਨਾਲ ਮਹਾਰਾਜ ਨੇ ਇਸ ਦਾ ਆਨੰਦ ਕਾਰਜ ਕਰਵਾਇਆ। ਮੱਥੋਂ ਮੁਰਾਰੀ ਨਾਮ ਰੱਖਿਆ, ਆਪਣੇ ਚਰਨਾਂ ਦੀਆਂ ਖੜਾਵਾਂ ਬਖਸ਼ੀਆਂ ਮਹਾਰਾਜ ਜੀਆਂ ਨੇ ਦੋਨਾਂ ਨੂੰ। ਉਹ ਰਾਣੀ ਜਿਹੜੀ ਰਾਜੇ ਦੀ ਘਰਵਾਲੀ ਸੀ ਅਤੇ ਸਿੱਖ ਨੂੰ, ਸੇਵਾਦਾਰ ਨੂੰ ਦੋਨੇ ਖੜਾਵਾਂ ਦੇ ਕੇ ਮਹਾਰਾਜ ਨੇ ਆਖਿਆ, ਇਹ ਸੰਗਤਾਂ ਤੁਹਾਡੇ ਕੋਲ ਚੱਲ ਕੇ ਆਇਆ ਕਰਨਗੀਆਂ, ਇਹ ਸਾਡੇ ਚਰਨਾਂ ਦੀਆਂ ਖੜਾਵਾਂ ਦੇ ਨਾਲ ਬਿਮਾਰੀਆਂ, ਦੁੱਖ ਦੂਰ ਹੋਇਆ ਕਰਨਗੇ। ਐਸੀਆਂ ਬਖਸ਼ਿਸ਼ਾਂ ਮਹਾਰਾਜ ਨੇ ਕੀਤੀਆਂ। ਬਚਨ ਆਪਾਂ ਇਹ ਸਰਵਣ ਕਰਦੇ ਪਏ ਸੀ। ਮਹਾਰਾਜ ਜੀਆਂ ਨੇ ਬਚਨ ਕੀਤੇ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਉਹਨਾਂ ਬਚਨਾਂ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਿੱਥੇ ਭਾਗ ਲਾਏ, ਉੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਵੀ ਇਹ ਭਾਗ ਲਾਏ। ਸਤੀ ਪ੍ਰਥਾ ਨੂੰ ਬੰਦ ਕਰਵਾਇਆ, ਘੁੰਡ ਦੀ ਪ੍ਰਥਾ ਨੂੰ ਬੰਦ ਕਰਵਾਇਆ। ਅਤੇ ਧੰਨ ਦਸਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਅੰਮ੍ਰਿਤ ਦੀ ਦਾਤ ਦੇ ਕੇ ਤੇ ਮਹਾਰਾਜ ਨੇ ਸਾਰੇ ਬੰਧਨ ਹੀ ਤੋੜ ਦਿੱਤੇ, ਬਰਾਬਰਤਾ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ। ਐਸੀਆਂ ਦਾਤਾਂ ਗੁਰਮੁਖੋ ਸਾਨੂੰ ਮਹਾਰਾਜ ਨੇ ਬਖਸ਼ੀਆਂ।
ਇਸ ਕਰਕੇ ਇਹ ਵੈਦਿਕ ਰੀਤੀ ਕੋਈ ਨਹੀਂ ਹੈ ਵੀ ਗ੍ਰੰਥ ਵਿੱਚ ਲਿਖਿਆ ਜਾਂ ਗੁਰੂ ਵੱਲੋਂ। ਸੋ ਅਸੀਂ ਬਾਜ਼ਾਰ ਦੇ ਵਿੱਚ ਫੋਟੋਆਂ ਦੇਖਦੇ ਹਾਂ, ਗੁਰੂ ਨਾਨਕ ਸਾਹਿਬ ਫੋਟੋ ਵਿੱਚ ਬੈਠੇ ਹੋਏ, ਬੇਬੇ ਨਾਨਕੀ ਜੀ ਰੱਖੜੀ ਬੰਨ੍ਹਦੇ ਪਏ। ਉਹ ਕਵੀ ਦੀ ਇੱਕ ਕਲਪਨਾ ਹੈ, ਕਲਪਨਾ ਆਈ, ਮਨ ਵਿੱਚ ਵਿਚਾਰ ਆਇਆ, ਉਹਨੇ ਫੋਟੋ ਬਣਾ ਦਿੱਤੀ ਹੈ। ਪਰ ਉਸ ਫੋਟੋ ਦਾ ਇਤਿਹਾਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਕਿਉਂਕਿ ਉਹਨਾਂ ਸਮਿਆਂ ਵਿੱਚ ਰੱਖੜੀ ਵਾਲਾ ਤੇ ਤਿਉਹਾਰ ਹੀ ਨਹੀਂ ਸੀ ਹੈਗਾ। ਰੱਖੜੀ ਬੰਨ੍ਹੀ ਕਿਵੇਂ ਗਈ ਹੈ? ਉਹਨਾਂ ਸਮਿਆਂ ਵਿੱਚ ਐਸਾ ਕੋਈ ਤਿਉਹਾਰ ਨਹੀਂ ਹੈ। ਇਤਿਹਾਸਕਾਰਾਂ ਨੇ ਇੱਕ ਦੋ ਗਵਾਹੀਆਂ ਲਿਖੀਆਂ ਨੇ ਰੱਖੜੀ ਦੀਆਂ। ਕਈਆਂ ਨੇ ਅਕਬਰ ਬਾਦਸ਼ਾਹ ਦਾ ਨਾਮ ਲਿਖਿਆ, ਕਈਆਂ ਨੇ ਹੋਰ ਕਿਸੇ ਰਾਜੇ ਦਾ ਨਾਮ ਲਿਖਿਆ ਵੀ ਕਿਸੇ ਪੜੋਸ ਦੇ ਰਾਜੇ ਦੀ ਘਰਵਾਲੀ ਨੇ ਪੜੋਸ ਦੇ ਰਾਜੇ ਨੂੰ ਧਾਗਾ ਬੱਧਾ ਸੀ ਗੁੱਟ ਦੇ ਉੱਪਰ, ਇਹ ਕਹਿ ਕੇ ਵੀ ਤੂੰ ਮੇਰਾ ਧਰਮ ਦਾ ਭਰਾ ਬਣਿਆ, ਸਕਾ ਭਰਾ ਨਹੀਂ ਸੀ, ਤੂੰ ਮੇਰਾ ਧਰਮ ਦਾ ਭਰਾ ਬਣ ਜਾ, ਮੈਂ ਤੇਰੀ ਭੈਣ ਬਣ ਗਈ ਹਾਂ ਅਤੇ ਮੈਂ ਤੇਰੇ ਅਧੀਨ ਆਪਣਾ ਰਾਜ ਚਲਾਵਾਂਗੀ ਅਤੇ ਤੂੰ ਮੇਰੇ ਰਾਜ 'ਤੇ ਹਮਲਾ ਨਾ ਕਰੀ, ਮੈਂ ਤੈਨੂੰ ਮਾਲੀਆ ਟੈਕਸ ਜੋ ਵੀ ਬਣਦਾ ਹੈ ਉਹ ਤੈਨੂੰ ਉਤਾਰ ਦਿਆ ਕਰਾਂਗੀ, ਪਰ ਤੂੰ ਮੇਰੇ 'ਤੇ ਰਹਿਮ ਕਰ। ਇਹ ਧਾਗਾ ਬੱਧਾ ਤਾਂ ਕਰਕੇ ਕਿ ਤੈਨੂੰ ਇਹ ਯਾਦ ਰਵੇ ਵੀ ਮੈਂ ਤੇਰੀ ਭੈਣ ਹਾਂ। ਐਸੀਆਂ ਇੱਕ ਦੋ ਘਟਨਾਵਾਂ ਜਿਹੜੀਆਂ ਨੇ ਉਹ ਇਤਿਹਾਸ ਵਿੱਚ ਕਿਤੇ ਕਿਤੇ ਮਿਲਦੀਆਂ, ਪਰ ਧਰਮ ਦੇ ਨਾਲ ਇਹਦਾ ਕੋਈ ਜੋੜ ਨਾਤਾ ਨਹੀਂ ਹੈ। ਇਹ ਅਸੀਂ ਭਾਵੇਂ ਬਣਾ ਲਿਆ ਹੈ, ਧਰਮ ਦੇ ਨਾਲ ਐਸੀ ਕੋਈ ਗਵਾਹੀ ਨਹੀਂ ਕਿਸੇ ਵੀ ਗ੍ਰੰਥ ਵਿੱਚ ਔਰ ਕਿਸੇ ਵੀ ਧਰਮ ਦੇ ਵਿੱਚ ਨਹੀਂ ਹੈ। ਸੋ ਕੁਝ ਲੋਕ ਰਕਸ਼ਾ ਬੰਧਨ ਕਹਿ ਦਿੰਦੇ ਵੀ ਰਾਖੀ ਕਰਨਾ, ਇਹ ਕੋਈ ਮੋਬਾਈਲ ਥੋੜ੍ਹੀ ਹੈ ਵੀ ਮਹੀਨੇ ਬਾਅਦ ਉਹਦੇ 'ਚ ਪੈਸੇ ਪਵਾਓ ਅਤੇ ਫਿਰ ਮੋਬਾਈਲ ਗਾਂਹ ਚੱਲੇਗਾ। ਸਾਲ ਬਾਅਦ ਰੱਖੜੀ ਬੰਨੋਗੇ ਅਤੇ ਰੱਖਿਆ ਤਾਂ ਹੀ ਹੋਣੀ ਹੈ, ਰੱਖੜੀ ਨਹੀਂ ਬੰਨੋਗੇ ਅਤੇ ਰੱਖਿਆ ਨਹੀਂ ਹੋਣੀ। ਇਹ ਐਸੀ ਬਾਤ ਨਹੀਂ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸੇ ਨੇ ਜਿਨ੍ਹਾਂ ਨੇ ਰੱਖੜੀ ਨਹੀਂ ਵੀ ਬੱਧੀ, ਉਹਨਾਂ ਨੂੰ ਵੀ ਜਾ ਕੇ ਮੁਗਲਾਂ ਦੇ ਕਿਲਿਆਂ ਵਿੱਚੋਂ ਛੜਾ ਕੇ ਲਿਆਂਦਾ। ਇਤਿਹਾਸ ਦੇ ਪੱਤਰੇ ਇਹ ਗੱਲ ਕਹਿੰਦੇ, ਉਹਨਾਂ ਨੂੰ ਥਾਂ ਥਾਈਂ ਪਹੁੰਚਾਇਆ। ਅਬਦਾਲੀ ਵਰਗਿਆਂ ਨੇ ਜਾ ਕੇ ਮਹਾਰਾਸ਼ਟਰ ਦੀ ਧਰਤੀ 'ਤੇ ਸਾਰੇ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਇਕੱਠਾ ਕਰਕੇ ਲੈ ਚੱਲਿਆ ਗਜਨੀ ਦੇ ਬਾਜ਼ਾਰ ਵੇਚਣ ਵਾਸਤੇ। ਗੁਰੂ ਖਾਲਸੇ ਨੇ ਹਮਲਾ ਕਰਕੇ ਛੜਾ ਕੇ ਸਾਰੀਆਂ ਦੀਆਂ ਸਾਰੀਆਂ ਘਰਾਂ ਵਿੱਚ ਉਹਨਾਂ ਦੇ ਮੋੜ ਕੇ ਆਂਦੀਆਂ, ਸਾਰੀਆਂ ਆਪੋ ਆਪਣੇ ਘਰੇ ਛੱਡੀਆਂ। ਇਹ ਖਾਲਸੇ ਦਾ ਕਿਰਦਾਰ ਹੈ, ਇੱਥੇ ਧਾਗੇ ਦੀ ਕੋਈ ਲੋੜ ਨਹੀਂ ਹੈ। ਖਾਲਸਾ ਤੇ ਸਾਰਿਆਂ ਨੂੰ ਆਪਣੀ ਬਹੁ ਬੇਟੀ ਜਾਣਦਾ ਹੈ। ਮਹਾਰਾਜ ਸਾਹਿਬ ਜੀਆਂ ਦਾ ਫਰਮਾਨ ਹੈ ਕਿ ਸਾਡਾ ਜੋ ਸਿੱਖ ਹੈ ਸੋ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਪਰ ਬੇਟੀ ਕੋ ਬੇਟੀ ਜਾਣੈ, ਪਰ ਮਾਤ ਕੋ ਮਾਤ ਵਖਾਨੈ। ਇਹ ਸਾਡੇ ਖਾਲਸੇ ਦਾ ਕਿਰਦਾਰ ਹੈ। ਪਰਾਏ ਦੀ ਬੇਟੀ ਨੂੰ ਬੇਟੀ ਜਾਣਨਾ, ਮਾਂ ਨੂੰ ਮਾਂ ਜਾਣਨਾ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ, ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣੇ। ਇਹ ਗੁਰਬਾਣੀ ਦੇ ਮਾਂ ਵਾਕ ਨੇ ਕਿ ਇਹ ਸਾਡੇ ਖਾਲਸੇ ਦਾ, ਸਾਡੇ ਸਿੱਖ ਦਾ ਕਿਰਦਾਰ ਹੈ। ਐਸਾ ਮਹਾਰਾਜ ਨੇ ਉੱਚਾ ਸੁੱਚਾ ਸਾਨੂੰ ਜੀਵਨ ਬਖਸ਼ਿਸ਼ ਕੀਤਾ। ਇਸ ਕਰਕੇ ਗੁਰਮੁਖੋ ਇਹ ਬਚਨ ਧਿਆਨਯੋਗ ਹੈ ਵੀ ਇਹ ਧਰਮ ਦਾ ਕੋਈ ਰਿਵਾਜ ਨਹੀਂ ਹੈ, ਨਾ ਧਰਮ ਇਸ ਨੂੰ ਮੰਨਦਾ ਹੈ। ਧਰਮ ਇਸ ਨੂੰ ਸਗੋਂ ਹਟਾਉਂਦਾ ਵੀ ਇਹ ਕਰਮ ਨਾ ਕਰ। ਅਤੇ ਲੋਕਾਂ ਵਿੱਚ ਆਪਾਂ ਹੁਣੇ ਹੀ ਬਚਨ ਸਰਵਣ ਕੀਤਾ ਵੀ ਅੱਜ ਸਾਡੇ ਕੋਲ ਸਾਧਨ, ਆਪਾਂ ਇੱਕ ਥਾਂ ਤੋਂ ਦੂਜੀ ਥਾਂ 'ਤੇ ਮਿਲਣ ਚਲੇ ਜਾਂਦੇ, ਮਹੀਨੇ ਵਿੱਚ 2 ਵਾਰੀ ਚਲੇ ਗਏ, ਸਾਲ ਵਿੱਚ ਪਤਾ ਨਹੀਂ ਕਿੰਨੀ ਵਾਰੀ ਚਲੇ ਗਏ। ਉਹਨਾਂ ਸਮਿਆਂ ਵਿੱਚ ਆਉਣ ਜਾਣ ਦੇ ਸਾਧਨ ਨਹੀਂ ਸਨ, ਗੱਡੇ ਵਗੈਰਾ 'ਤੇ ਲੋਕ ਜਾਂਦੇ। 6-6 ਮਹੀਨਿਆਂ ਬਾਅਦ, ਸਾਲ ਬਾਅਦ, 2-2 ਸਾਲਾਂ ਬਾਅਦ ਭੈਣਾਂ ਭਰਾ ਇੱਕ ਦੂਜੇ ਨੂੰ ਮਿਲਦੇ। ਉਸ ਵੇਲੇ ਇਹ ਜਿਹੜਾ ਤਿਉਹਾਰ ਪ੍ਰਚਲਿਤ ਹੋ ਗਿਆ ਵੀ ਚਲੋ ਜੇ ਜ਼ਿਆਦਾ ਨਹੀਂ ਇਹ ਤਿਉਹਾਰ ਦੇ ਬਹਾਨੇ ਹੀ ਕੋਈ ਆ ਕੇ ਮਿਲ ਜਾਵੇ, ਅਤੇ ਇਹ ਪਰੰਪਰਾ ਚੱਲੀ ਹੈ। ਇਹਦਾ ਹੋਰ ਕੋਈ ਇਤਿਹਾਸ ਨਹੀਂ ਹੈ। ਪਰ ਅਸੀਂ ਇਸ ਗੱਲ ਦਾ ਬਿਲਕੁਲ ਧਿਆਨ ਰੱਖਣਾ ਹੈ। ਬਾਹਰ ਅਸੀਂ ਜੋ ਮਰਜ਼ੀ ਕਰੀਏ, ਪਰ ਗੁਰੂ ਘਰ ਦੇ ਵਿੱਚ ਮਰਿਆਦਾ ਪੂਰੀ ਬਣਾ ਕੇ ਰੱਖਣੀ ਹੈ। ਇੱਥੇ ਆ ਕੇ ਪੀੜੇ ਦੇ ਨਾਲ ਧਾਗੇ ਨਹੀਂ ਬੰਨ੍ਹਣੇ। ਕਈਆਂ ਲੋਕਾਂ ਨੇ ਮਹਾਰਾਜ ਨੂੰ ਭਰਾ ਬਣਾ ਲੈਣਾ, ਪੀੜੇ ਨਾਲ ਧਾਗੇ ਬੰਨ੍ਹ ਕੇ। ਕੋਈ ਗੋਲਕ ਨਾਲ ਧਾਗਾ ਬੱਧੇਗਾ, ਕੋਈ ਆ ਕੇ ਨਿਸ਼ਾਨ ਸਾਹਿਬ ਦੇ ਨਾਲ ਡੋਰੀਆਂ ਬੰਨ੍ਹ ਦੇਵੇਗਾ। ਐਸਾ ਕਰਮ ਆਪਾਂ ਗੁਰਦੁਆਰੇ ਸਾਹਿਬ ਦੇ ਵਿੱਚ ਨਹੀਂ ਕਰਨਾ। ਇੱਥੇ ਗੁਰੂ ਦੀ ਮਰਿਆਦਾ ਨੂੰ ਪੂਰੇ ਦਾ ਪੂਰਾ ਆਪਾਂ ਬਰਕਰਾਰ ਰੱਖਣਾ ਹੈ। ਤੁਸੀਂ ਬਾਹਰ ਆਪਣੇ ਰਿਸ਼ਤੇਦਾਰਾਂ ਵਿੱਚ ਮਨਾਉਣਾ ਚਾਹੁੰਦੇ ਹੋ, ਉਹ ਤੁਹਾਡੀ ਆਪਣੀ ਮਰਜ਼ੀ, ਉੱਥੇ ਕੋਈ ਰੋਕਦਾ ਨਹੀਂ ਹੈ। ਪਰ ਗੁਰੂ ਘਰੇ ਮਰਿਆਦਾ ਪੂਰੀ ਆਪਾਂ ਰੱਖਾਂਗੇ। ਇਹ ਬੇਨਤੀ ਹੈ ਸੰਗਤ ਨੂੰ ਵੀ ਆਪ ਵੀ ਇਹ ਬਚਨ ਦਾ ਧਿਆਨ ਰੱਖਣਾ ਔਰ ਦੂਜਿਆਂ ਨੂੰ ਵੀ ਇਹ ਬਚਨ ਦਾ ਧਿਆਨ ਰਖਾਉਣਾ, ਦੱਸਣਾ ਹੈ ਵੀ ਗੁਰੂ ਘਰੇ ਆ ਕੇ ਇਹ ਗੁਰੂ ਕੇ ਜੰਗਲੇ ਦੇ ਨਾਲ, ਪੀੜੇ ਦੇ ਨਾਲ ਇੱਧਰ ਉੱਧਰ ਸੱਜੇ ਖੱਬੇ ਇੱਥੇ ਆ ਕੇ ਧਾਗੇ ਨਾ ਬੰਨੇ ਜਾਣ ਤੇ ਚੰਗੀ ਗੱਲ ਹੋਵੇਗੀ। ਸੋ ਆਪਾਂ ਬੇਨਤੀ ਕਰ ਸਕਦੇ ਹਾਂ, ਬੇਨਤੀ ਮੰਨਣੀ ਚਾਹੀਦੀ ਹੈ। ਇਹ ਬਚਨ ਆਪਾਂ ਸੁਣੇ, ਅੱਗੇ ਵੀ ਆਪਾਂ ਇਹਨਾਂ ਬਚਨਾਂ ਨੂੰ ਵੰਡਣਾ ਹੈ, ਇਸ ਬਚਨ ਨੂੰ ਦੱਸਣਾ ਹੈ। ਸੋ ਗੁਰਮੁਖੋ ਇਹ ਆਪਾਂ ਬਚਨ ਸਰਵਣ ਕਰਦੇ ਪਏ ਸੀ। ਕੁਝ ਰੀਤ ਉਹ ਹੁੰਦੀ ਹੈ ਜਿਹੜੀ ਲੌਕਿਕ ਹੁੰਦੀ ਹੈ, ਕੁਝ ਹੁੰਦੀ ਹੈ ਵੈਦਿਕ। ਧੰਨ 10ਵੇਂ ਪਾਤਸ਼ਾਹ ਮਹਾਰਾਜ ਦਾ ਵਿਆਹ ਹੋ ਰਿਹਾ ਅਤੇ ਵਿਆਹ ਦੇ ਵਿੱਚ ਕੁਝ ਬਚਨ ਉਹ ਵੀ ਕਰੇ ਜਾਣਗੇ
ਜਿਹੜੇ ਗੁਰੂ ਘਰ ਦੀ ਮਰਿਆਦਾ ਦੇ ਵਿੱਚ ਨੇ ਉਹਨਾਂ ਮਰਿਆਦਾ ਵਿੱਚ ਰਿਹਾ ਜਾਵੇਗਾ। ਕੁਝ ਉਹ ਨੇ ਰਿਵਾਜ ਜਿਹੜੇ ਲੌਕਿਕ ਪਰੰਪਰਾ ਪੀੜ੍ਹੀ ਦਰ ਪੀੜ੍ਹੀ ਚੱਲੇ ਆਉਂਦੇ ਘਰਾਂ ਵਿੱਚ ਖਾਨਦਾਨਾਂ ਵਿੱਚ, ਉਹ ਵੀ ਕਰੇ ਜਾਣਗੇ। ਇਹ ਦੋਨੇ ਹੀ ਇੱਥੇ ਤਰੀਕੇ ਅਪਣਾਏ ਜਾ ਰਹੇ। ਕਹਿਣ ਲੱਗੇ ਮਾਤਾ ਜੀ ਨੇ ਨਗਰ ਦੀਆਂ ਸਾਰੀਆਂ ਇਸਤਰੀਆਂ ਬੁਲਾ ਲਈਆਂ, ਕਿਉਂਕਿ ਆ ਕੇ ਉਹ ਗੀਤ ਵਗੈਰਾ ਗਾਉਣਗੀਆਂ, ਸ਼ਬਦ ਗਾਉਣਗੀਆਂ। ਇਸੇ ਤਰ੍ਹਾਂ ਨਾਚ ਗਿੱਧਾ ਵਗੈਰਾ ਜੋ ਵੀ ਹੈ ਇਹ ਸ਼ਗਨਾਂ ਦੇ ਕਾਰਜ ਉਹ ਕਰਨ ਵਾਸਤੇ ਬੁਲਾਇਆ ਹੈ। ਬਾਜਨ ਲੱਗਿਓ ਗਾਏ ਸੁਠ ਬੋਲੂ। ਕਹਿਣ ਲੱਗੇ ਵੀ ਇਸੇ ਤਰ੍ਹਾਂ ਢੋਲ ਇਤਿਆਦਿਕ ਵੱਜਦੇ ਪਏ, ਬੜੇ ਬੜੇ ਸੋਹਣੀ ਆਵਾਜ਼ ਦੇ ਵਿੱਚ ਬੀਬੀਆਂ ਮਾਈਆਂ ਜਿਹੜੀਆਂ ਨੇ ਉਹ ਸ਼ਬਦ ਗਾ ਕੇ ਸੁਣਾਉਂਦੀਆਂ ਹਨ। ਲਾਗੂ ਨਿਸ਼ਾਨ ਅਰ ਬਜੀ ਨਫੀਰ। ਇਸੇ ਤਰ੍ਹਾਂ ਛੋਟੇ ਨਿਸ਼ਾਨ ਤੇ ਛੋਟੀਆਂ ਨਫੀਰੀਆਂ ਜਿਹੜੀਆਂ ਵੱਜ ਰਹੀਆਂ ਹਨ। ਪਹਿਰੇ ਚੀਰ ਨਵੀਨ ਸਰੀਰ। ਹੁਣ ਵਿਆਹ ਹੈ ਨਾ ਗੁਰਮੁਖੋ, ਤੇ ਬਹਾਨਾ ਤੇ ਚਾਹੀਦਾ ਨਾ, ਨਵਾਂ ਕੱਪੜਾ ਪਾਉਣਾ, ਨਵਾਂ ਗਹਿਣਾ ਪਾਉਣਾ, ਤੇ ਬਹਾਨਾ ਤੇ ਚਾਹੀਦਾ। ਹੁਣ ਵਿਆਹ ਦਾ ਸਮਾਂ ਆ ਗਿਆ ਤੇ ਸਾਰਿਆਂ ਨੂੰ ਮੌਕਾ ਮਿਲ ਗਿਆ। ਕਿਸੇ ਨੇ ਨਵਾਂ ਗਲ ਵਿੱਚ ਸੂਟ ਪਾ ਲਿਆ, ਕਿਸੇ ਨੇ ਗਲ ਵਿੱਚ ਨਵਾਂ ਗਹਿਣਾ ਪਾ ਲਿਆ। ਸਾਰੇ ਸਜ ਧਜ ਕੇ ਮਹਾਰਾਜ ਦੇ ਵਿਆਹ ਵਿੱਚ ਸ਼ਾਮਲ ਹੋਏ ਹਨ। ਕੋਕਿਲ ਕੰਠੀ ਮਿਲ ਮਿਲ ਟੋਲੀ। ਸੋ ਕੋਕਿਲ ਤੋਂ ਭਾਵ ਗੁਰਮੁਖੋ ਹੁੰਦਾ ਕੋਇਲ। ਕੋਇਲ ਦਾ ਨਾਮ ਤਾਂ ਲਿਆ ਕਿਉਂਕਿ ਕੋਇਲ ਦੀ ਆਵਾਜ਼ ਬੜੀ ਮਿੱਠੀ ਹੁੰਦੀ ਹੈ, ਬੜਾ ਸੋਹਣਾ ਬੋਲਦੀ ਹੈ, ਮਨ ਨੂੰ ਸਕੂਨ ਮਿਲਦਾ ਹੈ। ਕਹਿਣ ਲੱਗੇ ਇਹ ਜਿਹੜੀਆਂ ਮਾਈਆਂ ਬੀਬੀਆਂ ਆਈਆਂ ਨਾ ਸ਼ਬਦ ਗਾਉਣ ਵਾਲੀਆਂ, ਇਹਨਾਂ ਦੀ ਆਵਾਜ਼ ਵੀ ਕੋਇਲ ਵਰਗੀ ਹੈ, ਬੜੀ ਮਿੱਠੀ ਆਵਾਜ਼ ਦੇ ਵਿੱਚ ਸ਼ਬਦ ਪੜ੍ਹਦੀਆਂ ਹਨ। ਉਮਗਤ ਆਨੰਦ ਵਧਾਈ ਬੋਲੀ। ਇਸੇ ਤਰ੍ਹਾਂ ਇੱਕ ਦੂਜੀ ਨੂੰ ਵਧਾਈਆਂ ਦਿੰਦੀਆਂ ਤੇ ਬੜਾ ਉਤਸ਼ਾਹ ਸਾਰਿਆਂ ਦੇ ਵਿੱਚ ਹੈ। ਮਾਨ 100 ਗੁਣੀ ਸੀਸ ਚੜਾਵਤ। ਇਸੇ ਤਰ੍ਹਾਂ ਮਾਤਾ ਸਾਹਿਬ ਜੀ ਸਾਰਿਆਂ ਨੂੰ 100 ਗੁਣਾ ਵਧਾਈ ਮੰਨ ਕੇ, ਜਦੋਂ ਕੋਈ ਆਖਦਾ ਨਾ ਮਾਤਾ ਜੀ ਤੁਹਾਡੇ ਪੁੱਤਰ ਦੇ ਵਿਆਹ ਦੀ ਤੁਹਾਨੂੰ ਵਧਾਈ ਹੋਵੇ, ਤੇ ਮਾਤਾ ਜੀ ਅੱਗੋਂ ਜਵਾਬ ਦਿੰਦੇ, ਕਹਿਣ ਲੱਗੇ ਗੁਰੂ ਕੀ ਸੰਗਤ ਤੁਹਾਨੂੰ 100 ਗੁਣਾ ਵੱਧ ਵਧਾਈ ਹੋਵੇ। ਇਸ ਤਰ੍ਹਾਂ ਮਾਤਾ ਜੀ ਸਾਰਿਆਂ ਨੂੰ ਆਖਦੇ ਹਨ। ਗੁਜਰੀ ਆਨੰਦ ਕਹਿਓ ਨਹਿ ਜਾਵਤ। ਇਸੇ ਤਰ੍ਹਾਂ ਮਾਤਾ ਗੁਜਰੀ ਜੀਆਂ ਦਾ ਜਿਹੜਾ ਆਨੰਦ ਹੈ ਨਾ ਉਹ ਗੁਰਮੁਖੋਂ ਕਿਹਾ ਨਹੀਂ ਜਾਂਦਾ ਵੀ ਕਿੰਨਾ ਉਹਨਾਂ ਨੂੰ ਆਨੰਦ, ਕਿੰਨੀ ਖੁਸ਼ੀ ਹੈ। ਬਾਦਤ ਬਜਤ ਸ਼ਰਵਣ ਇਹ ਸਭ ਸਾਰੇ ਪੂਰਾ। ਅਨੰਦਪੁਰ ਸਾਹਿਬ ਦੇ ਵਿੱਚ ਕਈ ਤਰ੍ਹਾਂ ਦੇ ਵਾਜੇ ਵੱਜਦੇ ਪਏ ਤੇ ਕੰਨਾਂ ਵਿੱਚ ਉਹ ਸੁਣਾਈ ਦਿੰਦੇ ਹਨ। ਜਹ ਕਹੇ ਉਤਸਵ ਮਾਚ ਤਰੂਰਾ। ਜਿੱਥੇ ਕਿਥੇ ਵੀ ਉਤਸਵ ਹੋ ਰਿਹਾ, ਖੁਸ਼ੀ ਹੋ ਰਹੀ ਹੈ, ਅਨੰਦਪੁਰ ਸਾਹਿਬ ਸੰਗਤ ਨਾਲ ਭਰਿਆ ਹੋਇਆ ਹੈ। ਸੂਖਮ ਬਸਤਰ ਕੁਸਮ ਵੀ ਬਰਨ। ਤੇ ਇਸੇ ਤਰ੍ਹਾਂ ਕਿਸੇ ਨੇ ਸੂਖਮ ਬਰੀਕ ਕੱਪੜੇ ਪਾਏ, ਕਿਉਂਕਿ ਗਰਮੀ ਦਾ ਦਿਨ ਹੈ ਨਾ। ਬਚਨ ਆਪਾਂ ਸਰਵਨ ਕਰਦੇ ਪਏ, ਹਾੜ ਦੇ ਮਹੀਨੇ ਵਿੱਚ ਮਹਾਰਾਜ ਦਾ ਵਿਆਹ ਹੋਇਆ, ਜਿਸ ਨੂੰ ਆਪਾਂ ਅੱਜ ਮਈ ਜੂਨ ਦਾ ਮਹੀਨਾ ਕਹਿ ਦਿੰਦੇ, ਜਾਂ ਜੂਨ ਜੁਲਾਈ ਦਾ ਮਹੀਨਾ ਆਖ ਦਈਦਾ। ਐਸੇ ਮਹੀਨੇ ਵਿੱਚ ਵਿਆਹ ਹੈ ਪਾਤਸ਼ਾਹ ਜੀਆਂ ਦਾ। ਇਸ ਕਰਕੇ ਬਰੀਕ ਬਸਤਰ ਤਾਂ ਪਹਿਨੇ ਗਏ ਗਰਮੀ ਨਾ ਲੱਗੇ। ਤੇ ਕਹਿਣ ਲੱਗੇ ਇਸੇ ਤਰ੍ਹਾਂ ਕੁਸੁੰਬਾ ਇੱਕ ਰੰਗ ਹੁੰਦਾ ਜਿਸ ਨੂੰ ਸੂਹਾ ਰੰਗ ਕਿਹਾ ਜਾਂਦਾ। ਸੂਹੇ ਰੰਗ ਦੇ ਸੂਟ ਬੀਬੀਆਂ ਮਾਈਆਂ ਨੇ ਉਸ ਵੇਲੇ ਪਾਏ ਹੋਏ ਹਨ। ਪਹਿਨ ਕਰੇ ਚਾਰ ਆਭਰਨ। ਇਸੇ ਤਰ੍ਹਾਂ ਸੋਹਣੇ ਸੋਹਣੇ ਗਹਿਣੇ ਵੀ ਆਪਣੇ ਸਰੀਰ ਤੇ ਪਹਿਨੇ ਹਨ। ਮਧੁਰ ਬਚਨ ਤੇ ਚੰਪਕ ਵਰਨੀ। ਇਸ ਤਰ੍ਹਾਂ ਬੜੇ ਸੋਹਣੇ ਮਿੱਠੇ ਬਚਨ ਬੋਲ ਕੇ ਤੇ ਸਾਰਿਆਂ ਨੂੰ ਕਹਿਣ ਲੱਗੇ ਵੀ ਇਹ ਸਤਿਕਾਰ ਦਿੱਤਾ ਜਾਂਦਾ ਹੈ। ਗਾਰੀ ਦੇਤ ਮਿਲੀ ਗਨ ਤਰੁਣੀ। ਸੋ ਕਹਿਣ ਲੱਗੇ ਗੁਰਮੁਖੋ ਗਾਰੀ ਦੇਤ। ਗਾਰੀ ਤੋਂ ਭਾਵ ਗਾਲ ਨਹੀਂ ਸਮਝ ਲੈਣਾ ਵੀ ਇੱਕ ਦੂਜੇ ਨੂੰ ਬੀਬੀਆਂ ਗਾਲੀ ਦਿੰਦੀਆਂ ਪਈਆਂ, ਨਹੀਂ। ਗਾਰੀ ਤੋਂ ਭਾਵ ਹੁੰਦਾ ਸਿੱਠਣੀਆਂ ਦੇਣੀਆਂ। ਜਿਸ ਤਰ੍ਹਾਂ ਵਿਆਹ ਵਿੱਚ ਨਾਨਕੇ ਦਾਦਕੇ ਇਕੱਠੇ ਹੋ ਗਏ ਨਾ, ਨਾਨਕਿਆਂ ਦੀਆਂ ਬੀਬੀਆਂ ਦਾਦਕਿਆਂ ਨੂੰ ਸਿੱਠਣੀਆਂ ਦਿੰਦੀਆਂ, ਦਾਦਕਿਆਂ ਵਾਲੀਆਂ ਨਾਨਕਿਆਂ ਨੂੰ। ਉਸੋਂ ਨਾਲੇ ਬੋਲੀਆਂ ਪਾਉਂਦੀਆਂ, ਨਾਲੇ ਗਿੱਧਾ ਪਾਉਂਦੀਆਂ, ਨਾਲੇ ਇੱਕ ਦੂਜੇ ਨੂੰ ਨਿੱਕੇ ਮੋਟੇ ਮਿਹਣੇ ਜਿਹੜੇ ਨੇ ਹਾਸੇ ਮਜ਼ਾਕ ਦਾ ਜਿਹੜਾ ਕਾਰਨ ਬਣ ਜਾਣ। ਸੋ ਇਸ ਤਰ੍ਹਾਂ ਉਹ ਸਿੱਠਣੀਆਂ ਦਿੱਤੀਆਂ ਜਾਂਦੀਆਂ। ਅੱਜ ਤੁਸੀਂ ਮਜ਼ਾਕ ਕਰਕੇ ਵੇਖ ਲਓ, ਅਗਲਾ ਲੜਾਈ ਕਰਦਾ, ਝਗੜਾ ਕਰਦਾ, ਪਰ ਉਹਨਾਂ ਸਮਿਆਂ ਵਿੱਚ ਲੋਕ ਚੰਗੇ ਸਨ, ਇੱਕ ਦੂਜੇ ਦੀ ਗੱਲ ਸਹਿ ਲੈਂਦੇ, ਸੁਣ ਲੈਂਦੇ। ਇਸ ਤਰ੍ਹਾਂ ਬੀਬੀਆਂ ਨੱਚਦੀਆਂ ਪਈਆਂ ਤੇ ਨਾਲੇ ਇੱਕ ਦੂਜੇ ਨੂੰ ਨਿੱਕਾ ਮੋਟਾ ਮਿਹਣਾ ਸਿੱਠਣੀਆਂ ਜਿਹੜੀਆਂ ਨੇ ਐਸੀਆਂ ਬੋਲ ਬੋਲ ਕੇ ਦਿੰਦੀਆਂ ਹਨ। ਉਹਨ ਗੁਜ਼ਰੀ ਨਿਜ ਪੁੱਤਰ ਹਕਾਰ। ਫਿਰ ਕਹਿਣ ਲੱਗੇ ਵੀ ਇਹ ਸਾਰੀਆਂ ਜਦੋਂ ਬੀਬੀਆਂ ਇਕੱਠੀਆਂ ਹੋ ਗਈਆਂ ਤੇ ਮਾਤਾ ਜੀਆਂ ਨੇ ਆਪਣੇ ਪੁੱਤਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਬੁਲਾਇਆ ਹੈ। ਵਿਪਰ ਜਾਏ ਸਭ ਭੇਵ ਉਚਾਰਾ। ਤੇ ਕਹਿਣ ਲੱਗੇ ਵੀ ਉਸੇ ਵੇਲੇ ਸਾਰਾ ਕੁਝ ਦੱਸਿਆ ਗਿਆ ਵੀ ਮਹਾਰਾਜ ਤੁਹਾਨੂੰ ਮਾਤਾ ਜੀ ਬੁਲਾਉਂਦੇ ਹਨ। ਲੇਕਰ ਸੰਗੋ ਸੰਗ ਕਿਰਪਾਲ। ਉਸ ਵੇਲੇ ਕਹਿਣ ਲੱਗੇ ਮਹਾਰਾਜ ਜੀ ਨੂੰ ਲੈ ਕੇ ਕੌਣ ਆਇਆ ਹੈ? ਮਹਾਰਾਜ ਜੀਆਂ ਦੀ ਭੂਆ ਦਾ ਪੁੱਤਰ ਬਾਬਾ ਸੰਗੋ ਸ਼ਾਹ, ਮਹਾਰਾਜ ਦਾ ਭਰਾ ਲੱਗਦਾ ਵੱਡੇ ਭਰਾ ਬਾਬਾ ਸੰਗੋ ਸ਼ਾਹ ਜੀ ਮਹਾਰਾਜ ਦੇ ਨਾਲ ਚੱਲ ਪਏ। ਚਲੋ ਮਹਾਰਾਜ ਅਸੀਂ ਵੀ ਚੱਲਦੇ ਹਾਂ ਨਾਲ। ਮਾਮਾ ਜੀ ਵੀ ਚੱਲ ਪਏ। ਕਿਰਪਾਲ ਚੰਦ ਆਪਣੇ ਭਾਣਜੇ ਨੂੰ ਨਾਲ ਲੈ ਕੇ ਤੁਰੇ ਹਨ। ਆਏ ਮਾਤ ਸਮੀਪ ਕਿਰਪਾਲ। ਜਿੱਥੇ ਮਾਤਾ ਜੀ ਬੈਠੇ ਸਨ ਕਿਰਪਾਲੂ ਸਤਿਗੁਰੂ ਉੱਥੇ ਆ ਕੇ ਪਹੁੰਚੇ ਹਨ। ਚੌਂਕੀ ਚੰਦਨ ਚਾਰ ਡਸਾਈ। ਕਹਿੰਦੇ ਵੀ ਇੱਥੇ ਚੰਦਨ ਦੀ ਚੌਂਕੀ ਡਾਈ ਹੋਈ ਹੈ ਬੈਠਣ ਵਾਸਤੇ, ਜਿਹਨੂੰ ਆਪਾਂ ਪੀੜਾ ਕਹਿ ਦਿੰਦੇ, ਪੀੜੀ ਕਹਿ ਦਿੰਦੇ, ਚੰਦਨ ਦੀ। ਬੜੀ ਸੋਹਣੀ, ਕਿਉਂਕਿ ਗੁਰੂ ਘਰ ਵਿੱਚ ਘਾਟਾ ਨਹੀਂ ਨਾ ਕਿਸੇ ਚੀਜ਼ ਦਾ। ਚੰਦਨ ਦੀ ਚੌਂਕੀ ਰਾਜਿਆਂ ਮਹਾਰਾਜਿਆਂ ਨੂੰ ਪ੍ਰਾਪਤ ਹੁੰਦੀ ਹੈ, ਆਮ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ ਹੈ, ਕਿਉਂਕਿ ਚੰਦਨ ਬੜਾ ਮਹਿੰਗਾ ਹੈ। ਸੋਨੇ ਦੇ ਮੁੱਲ ਚੰਦਨ ਨੂੰ ਮੰਨਿਆ ਜਾਂਦਾ ਹੈ।
ਪਰ ਮਹਾਰਾਜ ਨੇ ਜਿੱਥੇ ਆ ਕੇ ਸੁਸ਼ੋਭਿਤ ਹੋਣਾ ਗੁਰਮੁਖੋ ਬੜੀ ਸੋਹਣੀ ਚੰਦਨ ਦੀ ਚੌਂਕੀ ਬੈਠਣ ਵਾਸਤੇ ਰੱਖੀ ਹੈ। ਕਹਤੇ ਇਸ ਪਰ ਗੁਰਦੀਨ ਬਿਠਾਈ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੂੰ ਉਹਦੇ ਉੱਪਰ ਕਹਿ ਕੇ ਬਿਠਾਇਆ ਗਿਆ ਹੈ। ਸ਼ਗਨ ਥਾਰ ਮੈਂ ਦਿਸਵਰ ਲਿਆ, ਮਹਾਰਾਜ ਜੀਆਂ ਨੂੰ ਸ਼ਗਨ ਲੱਗਣਾ ਤੇ ਥਾਲ ਦੇ ਵਿੱਚ ਸਾਰਾ ਕੁਝ ਰੱਖ ਕੇ ਮਹਾਰਾਜ ਦੇ ਕੋਲ ਲਿਆਂਦਾ ਗਿਆ ਹੈ। ਕਰਮ ਜਥੋ ਚਿਤ ਸਭ ਕਰਵਾਏ। ਹੁਣ ਜਿਹੜਾ ਕਰਮ ਕਰਨਾ ਵੀ ਸ਼ਗਨ ਕਿਵੇਂ ਲੱਗਣਾ ਹੈ, ਜਿਵੇਂ ਅੱਜ ਵਿਆਹਾਂ ਵਿੱਚ ਸ਼ਗਨ ਲੱਗਦੇ ਨੇ, ਮੱਥੇ ਤੇ ਟਿੱਕਾ ਵਗੈਰਾ ਲਾਇਆ ਜਾਂਦਾ ਹੈ, ਮੂੰਹ ਵਿੱਚ ਛੁਹਾਰਾ ਵਗੈਰਾ ਪਾਇਆ ਜਾਂਦਾ ਹੈ, ਇਤਿਆਦਿਕ ਸਾਰਾ ਕੁਝ ਕੀਤਾ ਜਾਂਦਾ। ਮਹਾਰਾਜ ਬੈਠੇ ਹੋਏ ਤੇ ਸੰਗਤ ਸਾਰੀ ਜਿਹੜੀ ਹੈ ਮਹਾਰਾਜ ਦੀ ਖੁਸ਼ੀ ਵਿੱਚ ਸ਼ਾਮਲ ਹੈ। ਬਹੁਰ ਨਿਕਾਸਿਓ ਮਸਤਕ ਟੀਕਾ, ਫਿਰ ਕਹਿਣ ਲੱਗੇ ਵੀ ਇਸੇ ਤਰ੍ਹਾਂ ਤਿਲਕ ਵਗੈਰਾ ਲਾਇਆ ਹੈ। ਅਛਤ ਲਾਏ ਸੁਹਾਵਤ ਨੀਕਾ, ਅਛਤ ਤੋਂ ਭਾਵ ਹੁੰਦਾ ਚੌਲ, ਕਹਿਣ ਲੱਗੇ ਚੌਲ ਇਤਿਆਦਿਕ ਮਿਲਾ ਕੇ, ਕੇਸਰ ਮਿਲਾ ਕੇ, ਹਲਦੀ ਚੰਦਨ ਮਿਲਾ ਕੇ ਐਸਾ ਟੀਕਾ ਲਾਇਆ ਹੈ। ਕੇਸ ਰਾਹੋ ਨੇ ਸਸ ਜਨ ਗਹਿਓ, ਕਹਿਣ ਲੱਗੇ ਵੀ ਇਸੇ ਤਰ੍ਹਾਂ ਇਹ ਸਾਰੇ ਕਾਰਜ ਹੋ ਰਹੇ ਹਨ। ਖੰਡ ਖੰਡ ਕਰ ਖੈਵੇ ਤੇ ਚਹਿਓ, ਕਹਿਣ ਲੱਗੇ ਵੀ ਇਸੇ ਤਰ੍ਹਾਂ ਇਹ ਸਾਰੇ ਕਾਰਜ ਮਹਾਰਾਜ ਕਰਦੇ ਹਨ। ਸੋੜ ਕਰੇ ਅੰਮ੍ਰਿਤ ਬਲ ਭਰੇ, ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸੋਢੀ ਕੁਲ ਦੇ ਵਾਰਸ ਤੇ ਮਹਾਰਾਜ ਜੀ ਬਹੁਤੇ ਬਲ ਵਾਲੇ ਹਨ। ਆਜ ਸਦਨ ਸੁਰ ਗੁਰ ਕੇ ਬਰੇ, ਤੇ ਸੰਗਤਾਂ ਅਰਦਾਸ ਕਰਦੀਆਂ ਕਿ ਮਹਾਰਾਜ ਕਿਰਪਾ ਕਰੋ, ਵਿਘਨ ਨਾਸ ਹੋ ਜਾਣ ਤੇ ਸਾਰੇ ਕਾਰਜ ਖੁਸ਼ੀਆਂ ਨਾਲ ਪੂਰੇ ਹੋਣਾ ਕਰਨਾ। ਜਬ ਦਿਜ ਦਇਓ ਬਦਨ ਮਹਿਮੂਦ, ਇਸ ਤਰ੍ਹਾਂ ਕਹਿਣ ਲੱਗੇ ਵੀ ਸੰਗਤਾਂ ਸਿੱਖ ਬੈਠੇ ਹੋਏ, ਮਾਮਾ ਕਿਰਪਾਲ ਚੰਦ ਜੀਆਂ ਨੇ ਹੱਥ ਵਿੱਚ ਫੜਿਆ ਲੱਡੂ, ਮਹਾਰਾਜ ਜੀਆਂ ਦੇ ਮੂੰਹ ਨੂੰ ਸ਼ਗਨ ਲੱਗਣਾ, ਲੱਡੂ ਮਹਾਰਾਜ ਦੇ ਮੁਖ ਵਿੱਚ ਪਾਉਣ ਵਾਸਤੇ ਕਹਿਣ ਲੱਗੇ ਮਾਮਾ ਕਿਰਪਾਲ ਚੰਦ ਜੀਆਂ ਨੇ ਲੱਡੂ ਪਕੜਿਆ ਹੈ। ਭਇਓ ਸਮਾ ਸਭ ਹੂੰ ਤਬ ਮੋਗਤ, ਤੇ ਉਸ ਵੇਲੇ ਸਾਰਿਆਂ ਦੇ ਮਨ ਵਿੱਚ ਬੜੀ ਖੁਸ਼ੀ ਹੋਈ, ਜੈ ਜੈਕਾਰ ਹੋਈ, ਸਾਰੇ ਬੜੇ ਪ੍ਰਸੰਨ ਹੋਏ ਕਿ ਐਸੀ ਦਾਤ ਬਖਸ਼ਿਸ਼ ਹੋਣ ਲੱਗੀ ਮਿਲ ਮਿਲ ਹੈ। ਗੀਤ ਨਾਗਰੀ ਗਾਵਤ, ਇਧਰੋਂ ਸ਼ਗਨ ਲੱਗਦਾ ਪਿਆ, ਮੂੰਹ ਵਿੱਚ ਲੱਡੂ ਲਾਇਆ ਜਾ ਰਿਹਾ, ਮੂੰਹ ਨੂੰ ਲੱਡੂ ਛੁਹਾਇਆ ਜਾ ਰਿਹਾ, ਉਧਰੋਂ ਬੀਬੀਆਂ ਮਾਈਆਂ ਜਿਹੜੀਆਂ ਸ਼ਗਨਾਂ ਦੇ ਗੀਤ ਗਾ ਰਹੀਆਂ। ਐਸਾ ਉਸ ਵੇਲੇ ਇਥੋਂ ਦਾ ਵਾਤਾਵਰਣ ਬਣਿਆ ਇੱਕ ਹੈ। ਸਰੂਪ ਗੁਰ ਬਲ ਬਲ ਜਾਵਤ, ਸਤਿਗੁਰਾਂ ਦਾ ਸਰੂਪ ਦੇਖ ਦੇ ਕੇ, ਸੁੰਦਰ ਸਰੂਪ ਦੇ ਮਾਲਕ ਨੇ ਨਾ ਮਹਾਰਾਜ ਜੀ, ਐਸਾ ਸਰੂਪ ਦੇਖ ਕੇ ਸਾਰੇ ਖੁਸ਼ ਹੁੰਦੇ ਹਨ। ਬਾਜ ਉਠੇ ਸੁੰਦਰ ਸ਼ਦਿਆਂ ਤੇ ਨੇ, ਕਹਿਣ ਲੱਗੇ ਖੁਸ਼ੀ ਦੇ ਵਾਜੇ ਜਿਹੜੇ ਨੇ ਉਸ ਵੇਲੇ ਵਜਾਏ ਗਏ, ਜੈ ਜੈਕਾਰ ਹੋਈ ਹੈ, ਬੜੇ ਵਾਜੇ ਗਾਜੇ ਖੁਸ਼ੀਆਂ ਦੇ ਵੱਜਦੇ ਪਏ ਹਨ। ਪਾਟ ਕਵਿਤਨ ਕਰਤ ਬਖਾਨੇ, ਇਸੇ ਤਰ੍ਹਾਂ ਪਹਾੜ ਜਿਹੜੇ ਨੇ ਨਾ ਕਵਿਤ ਗਾ ਕੇ ਕਵਿਤਾ ਕਵਿਤ ਖੁਸ਼ੀਆਂ ਦੇ ਦੋਹਰੇ ਬਣਾ ਕੇ, ਸੂਰਠੇ ਬਣਾ ਕੇ ਸੰਗਤ ਵਿੱਚ ਪੜ੍ਹੇ ਜਾਂਦੇ ਹਨ। ਬਜੈ ਪਖਾਵਜ ਗਨ ਤੰਬੂਰੇ, ਇਸੇ ਤਰ੍ਹਾਂ ਪਖਾਵਜ ਇੱਕ ਵਾਜੇ ਦਾ ਨਾਮ ਹੈ, ਹਵਾ ਨਾਲ ਵੱਜਣ ਵਾਲਾ ਵਾਜਾ, ਵਾਜੇ ਵਜਾਉਣ ਵਾਲੇ ਵੀ ਆ ਕੇ ਬੈਠੇ ਹੋਏ। ਇਸੇ ਤਰ੍ਹਾਂ ਤੰਬੂਰਾ ਵੀ ਇੱਕ ਸਾਜ਼ ਦਾ ਨਾਮ ਹੈ, ਤੰਬੂਰੇ ਸਾਜ਼ ਇਤਿਆਦਿਕ ਵੱਜਦੇ ਹਨ। ਗਾਵਤ ਚਾਵ ਕਲਾਵਤ ਰੂਰੇ, ਇਸੇ ਤਰ੍ਹਾਂ ਕਹਿਣ ਲੱਗੇ ਵੀ ਗਾਉਂਦੇ ਨੇ ਬੜੇ ਚਾਅ ਦੇ ਨਾਲ, ਤੇ ਸਾਰੇ ਜਾਣੇ ਬੜੀ ਸੁੰਦਰ ਆਵਾਜ਼ ਦੇ ਵਿੱਚ ਗਾਉਂਦੇ ਹਨ। ਦੀਹ ਦਮਾਮੇ ਬਾਜਤ ਤੇ ਛੁਤਰੀ, ਕਲਾਵਤ ਨਾਮ ਗੁਰਮੁਖੋ ਮਰਾਸੀ ਦਾ, ਜਿਵੇਂ ਅੱਜ ਵੀ ਮਰਾਸੀ ਆ ਜਾਂਦੇ ਨਾ ਵਿਆਹਾਂ ਦੇ ਵਿੱਚ, ਜਿਨ੍ਹਾਂ ਨੂੰ ਆਪਾਂ ਭੰਡ ਕਹਿ ਦਿੰਦੇ ਆ, ਉਹ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਸਾਰਿਆਂ ਨੂੰ ਹਸਾਉਂਦੇ ਪਏ। ਮਹਾਰਾਜ ਜੀਆਂ ਦੇ ਵਿਆਹ ਦੇ ਉੱਪਰ ਵੀ ਐਸੇ ਜਿਹੜੇ ਮਰਾਸੀ ਨੇ ਆ ਕੇ ਪਹੁੰਚੇ ਹੋਏ, ਉਹ ਵੀ ਆਪਣਾ ਯੋਗਦਾਨ ਪਾਉਂਦੇ ਪਏ ਪਾਤਸ਼ਾਹ ਦੀ ਖੁਸ਼ੀ ਲੈਣ ਵਾਸਤੇ। ਦੀਹ ਦਮਾਮੇ ਬਾਜਤ ਵੱਡੇ ਛੁਤਰੀ, ਤੇ ਛੋਟੇ ਉਸ ਵੇਲੇ ਨਗਾਰੇ ਵੱਜਦੇ ਪਏ ਹਨ। ਤੁਮ ਉੱਚੀ ਪੈ ਸ਼ੋਭਤ ਤੇ ਸੁਥਰੀ, ਕਹਿਣ ਲੱਗੇ ਉੱਚੀ ਧੁਨ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ ਹੈ। ਜਨ ਮੰਗਲ ਕਹਿ ਸੰਗਲ ਡਾਰਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਇਹ ਮੰਗਲ ਖੁਸ਼ੀਆਂ ਹੋ ਰਹੀਆਂ, ਮਾਨੋ ਮਹਾਰਾਜ ਜੀ ਮੰਗਲ ਨੂੰ ਬੰਨਿਆ ਹੋਇਆ। ਅੱਜ ਖੁਸ਼ੀਆਂ ਸਾਰੀਆਂ ਆਨੰਦਪੁਰ ਸਾਹਿਬ ਦੇ ਵਿੱਚ ਬੰਨ ਲਈਆਂ, ਐਸੀ ਮਹਾਰਾਜ ਨੇ ਦਾਤ ਵਰਤਾਈ ਹੈ। ਫਿਰ ਰਹੋ ਘਰ ਜਿਨ ਤਜ ਤਿਨ ਦਵਾਰਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਸੇ ਘਰ ਵਿੱਚ ਟਿਕਿਆ ਰਹੋ, ਮਤਾ ਕਿਤੇ ਹੋਰ ਘਰ ਚਲੇ ਜਾ। ਅੱਜ ਮੰਗਲ ਜਿਹੜਾ ਨਾ ਖੁਸ਼ੀ, ਮੰਨ ਲਓ ਖੁਸ਼ੀ ਇਹ ਗੱਲ ਕਹਿ ਰਹੀ ਹੈ, ਮੰਗਲ ਇਹ ਗੱਲ ਕਹਿ ਰਿਹਾ ਵੀ ਅੱਜ ਮੈਂ 10ਵੇਂ ਪਾਤਸ਼ਾਹ ਦਾ ਦਰ ਛੱਡ ਕੇ ਨਹੀਂ ਜਾਣਾ, ਅੱਜ ਮੈਂ ਸਾਰੀਆਂ ਖੁਸ਼ੀਆਂ ਇੱਥੇ ਹੀ ਵਰਤਾਉਣੀਆਂ। ਐਸੀ ਮਨਸ਼ਾ ਨਾਲ ਉਸ ਵੇਲੇ ਇਹ ਸਭ ਕੁਝ ਹੋ ਰਿਹਾ ਹੈ। ਚਮਰ ਚਾਰ ਚਾਲਤ ਦਿਸ਼ ਦੌਨ, ਸਤਿਗੁਰੂ ਪਾਤਸ਼ਾਹ ਦੇ ਸੀਸ ਦੇ ਉੱਪਰ ਚੌਰ ਸਾਹਿਬ ਹੁੰਦੇ ਹਨ। ਮਨੋ ਮਰਾਲ ਉਡਤ ਹੋਏ ਆਉਣ, ਮੰਨ ਲਓ ਕਿ ਸੋਹਣਾ ਹੰਸ ਉੱਡਦਾ ਪਿਆ ਹੋਵੇ। ਦਇਆ ਰਾਮ ਪ੍ਰੋਹਤ ਉਠ ਤਵੈ, ਉਸ ਵੇਲੇ ਦਇਆ ਨਾਮ ਇਹ ਪ੍ਰੋਹਤ ਹੈ ਜਿਹੜਾ ਮਹਾਰਾਜ ਦਾ ਸ਼ਗਨ ਲੈ ਕੇ ਆਇਆ ਹੈ। ਕੀਨੇ ਨੇਕ ਜਥੋ ਚਿਤ ਸਬੈ, ਸੋ ਕਹਿਣ ਲੱਗੇ ਸਾਰਾ ਕੁਝ ਜੋ ਉਸ ਵੇਲੇ ਬਣਦਾ ਸੀ ਨਾ, ਉਦੋਂ ਦੀ ਮਾਨ ਮਰਿਆਦਾ, ਉਹ ਸਾਰਾ ਲਾਗ ਸਬਾਬ ਸਭ ਕੁਝ ਕੀਤਾ ਗਿਆ ਹੈ। ਮੇਵੇ ਗਨ ਮੋਦਕ ਬਹੁ ਧਰੇ, ਉਸ ਵੇਲੇ ਮੇਵੇ ਲੱਡੂ ਇਤਿਆਦਿਕ ਸਾਰੇ ਰੱਖੇ ਹੋਏ ਹਨ। ਆਏ ਸਪਾਈ ਵਰਤਾਵਨ ਕਰੇ, ਮਹਾਰਾਜ ਨੇ ਹੁਕਮ ਕੀਤਾ ਭਾਈ ਆ ਜਿੰਨੇ ਲੱਡੂ ਆਏ, ਸ਼ਗਨਾਂ ਦੇ ਮੇਵੇ ਆਏ, ਸਾਰੇ ਸੰਗਤ ਨੂੰ ਵਰਤਾ ਦਿਓ। ਸੰਗਤ ਵੀ ਸਾਡਾ ਰੂਪ ਹੀ ਹੈ,
ਸਾਰੀ ਸੰਗਤ ਵਿੱਚ ਉਸ ਵੇਲੇ ਐਸੇ ਪਦਾਰਥ ਵਰਤਾਏ ਹਨ। ਬ੍ਰਿੰਦ ਮਸੰਦ ਸੰਗਤਾਂ ਦਾਸ, ਬਹੁਤ ਜ਼ਿਆਦੀਆਂ ਸੰਗਤਾਂ ਸੇਵਕ ਸਾਰੇ ਮਹਾਰਾਜ ਦੀ ਖੁਸ਼ੀ ਵਿੱਚ ਸ਼ਾਮਲ ਗਾਏ ਹਨ ਨਾਗਰੀ ਵਿਆਹ ਵਿਲਾਸ, ਤੇ ਇਸੇ ਤਰ੍ਹਾਂ ਮਹਾਰਾਜ ਜੀਆਂ ਦੇ ਵਿਆਹ ਕਾਰਜਾਂ ਵਿੱਚ ਸ਼ਾਮਲ ਹੁੰਦਿਆਂ ਹੋਇਆਂ ਇਹ ਨਗਰ ਦੀਆਂ ਇਸਤਰੀਆਂ ਖੁਸ਼ੀ ਮਨਾ ਰਹੀਆਂ, ਸੰਗਤਾਂ ਖੁਸ਼ੀ ਮਨਾ ਰਹੀਆਂ। ਇਸ ਤਰ੍ਹਾਂ ਮਹਾਰਾਜ ਜੀਆਂ ਨੂੰ ਗੁਰਮੁਖੋ ਅੱਜ ਸ਼ਗਨ ਲੱਗਾ ਹੈ। ਮਹਾਰਾਜ ਹੁਣ ਕਿਵੇਂ ਬਰਾਤ ਦੀ ਤਿਆਰੀ ਕਰਨਗੇ, ਕਿਹੜੇ ਕਿਹੜੇ ਕੌਤਕ ਅੱਗੇ ਵਰਤਾਉਣਗੇ, ਉਹ ਆਪਾਂ ਅਗਲੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਲੇਖੈ ਕਤਹਿ ਨ ਛੁਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ